ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਤੁਹਾਡੇ ਨਾਲ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਤੁਹਾਡੇ ਨਾਲ ਲਾਈਵ ਗੱਲਬਾਤ ਕਰਨ ਜਾ ਰਹੇ ਹਾਂ। ਮਾਫੀ ਚਾਹੁੰਦੇ ਹਾਂ ਕਿ ਜਿਹੜੀ ਵੀਡੀਓ ਆਪਾਂ ਥੋੜਾ ਜਿਹਾ ਪ੍ਰੋਗਰਾਮ ਜਿਹੜਾ ਆਪਣਾ ਲੇਟ ਸ਼ੁਰੂ ਹੋ ਰਿਹਾ, ਕਿਉਂਕਿ ਕੁਝ ਜਿਹੜੀਆਂ ਪ੍ਰੋਬਲਮ ਸੀਗੀਆਂ ਆਪਣਾ ਪ੍ਰੋਗਰਾਮ ਸ਼ੁਰੂ ਕਰਨ ਦੇ ਵਿੱਚ। ਸੋ ਇਸ ਕਰਕੇ ਥੋੜਾ ਜਿਹਾ ਆਪਾਂ ਲੇਟ ਹੋ ਗਏ ਗੱਲਬਾਤ ਕਰਨ ਵਾਸਤੇ। ਤੇ ਪਰ ਅੱਜ ਆਪਾਂ ਜਿਹੜੀ ਗੱਲਬਾਤ ਆ ਜਿਹੜੀ ਬਾਹਲੀ ਲੰਬੀ ਨਹੀਂ ਕਰਾਂਗੇ, ਅੱਧੇ ਘੰਟੇ ਹੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਆ। ਗੱਲਬਾਤ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਆਪਾਂ ਵੱਖੋ ਵੱਖ ਜਿਹੜੇ ਵਿਸ਼ੇ ਹੈਗੇ ਆ, ਜਿੱਦਾਂ ਟਾਈਟਲ ਦੇ ਉੱਪਰ ਵੀ ਲਿਖਿਆ ਹੋਇਆ ਕਿ ਕੀ ਖਾਲਿਸਤਾਨੀ ਹੋਣਾ ਕਾਨੂੰਨੀ ਜੁਰਮ ਆ, ਜਾਂ ਮਤਲਬ ਜਿਹੜਾ ਜਿੱਦਾਂ ਉੱਥੋਂ ਇਹ ਗੱਲਾਂ ਚੱਲਦੀਆਂ, ਕਿਸਾਨ ਅੰਦੋਲਨ ਵੀ ਚੱਲ ਰਿਹਾ, ਉੱਥੋਂ ਦੇ ਮੀਡੀਆ ਦੀਆਂ ਗੱਲਾਂ, ਕੌਣ ਜਿਹੜਾ ਹੈਗਾ ਖਾਲਿਸਤਾਨੀਆਂ ਨੂੰ ਫੰਡਿੰਗ ਕਰ ਰਿਹਾ। ਫੰਡਿੰਗ ਦੀ ਗੱਲ ਵੀ ਬੜੀ ਚੱਲਦੀ ਹੈ ਕਿ ਖਾਲਿਸਤਾਨੀਆਂ ਨੂੰ ਫੰਡਿੰਗ ਕੌਣ ਕਰ ਰਿਹਾ, ਜਾਂ ਜਿਹੜੇ ਖਾਲਿਸਤਾਨੀ ਹੈਗੇ ਆ ਉਸ ਕਿਸਾਨ ਅੰਦੋਲਨ ਨੂੰ ਫੰਡਿੰਗ ਕਰ ਰਹੇ ਆ, ਜਾਂ ਉੱਥੇ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਖਾਲਿਸਤਾਨੀ ਆਏ ਹੋਏ ਆ। ਬਹੁਤ ਸਾਰਾ ਭਾਰਤ ਦਾ ਮੀਡੀਆ ਔਰ ਉੱਥੋਂ ਦਾ ਜਿਹੜਾ ਸਿਸਟਮ ਜਿਹੜਾ ਹੈਗਾ, ਚਾਹੇ ਉਹ ਭਾਰਤ ਦੀ ਸਰਕਾਰ ਆ, ਚਾਹੇ ਉਹਦੇ ਨੁਮਾਇੰਦੇ ਆ, ਜਿਹੜੇ ਇਸ ਚੀਜ਼ 'ਤੇ ਇਤਰਾਜ਼ ਕਰਦੇ ਆ, ਗੱਲਾਂ ਕਰਦੇ ਆ। ਸੋ ਇਹਨਾਂ ਸਾਰੀਆਂ ਗੱਲਾਂ ਦਾ ਆਪਾਂ ਜਿਹੜਾ ਵਨ ਬਾਈ ਵਨ ਕਰਕੇ ਸਟੈਪ ਬਾਈ ਸਟੈਪ ਆਪਾਂ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਵੀ ਆ ਜਿਹੜੇ ਸਾਡੇ ਨਾਲ ਜਿਹੜੇ WhatsApp ਰਾਹੀਂ ਜਿਹੜੇ ਆਪਣੇ ਜੁੜ ਸਕਦੇ ਆ, ਆਪਣੇ ਵਿਚਾਰ ਰੱਖ ਸਕਦੇ ਆ। ਨੰਬਰ ਉੱਪਰ ਦਿੱਤਾ ਹੋਇਆ 001630863866। ਇੱਥੇ ਜੁੜ ਕੇ ਤੁਸੀਂ ਕਾਲ ਕਰ ਸਕਦੇ ਆ। ਮੈਂ ਚਾਹੁੰਦਾ ਕਿ ਤੁਸੀਂ ਜ਼ਰੂਰ ਇੱਕ ਵਾਰੀ ਵੀਡੀਓ ਜਿਹੜੀ ਹੈਗੀ ਆ ਇਹ ਜਿਹੜੀ ਸ਼ੇਅਰ ਕਰ ਦਿਓ, ਤਾਂ ਜੋ ਸਾਰਿਆਂ ਤੱਕ ਜਿਹੜੀ ਇਹ ਲਾਈਵ ਆਪਣੀ ਵੀਡੀਓ ਪਹੁੰਚ ਸਕੇ। ਸੋ ਆਪਾਂ ਜਿਹੜੀ ਗੱਲਬਾਤ ਕਰਨੀ ਆ ਉਹਦੇ ਵਿੱਚ ਆਪਾਂ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਡਿਟੇਲ ਦੇ ਵਿੱਚ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਕਿ ਜੋ ਉੱਥੋਂ ਦੇ ਆਪਣੇ ਕਿਸਾਨ ਲੀਡਰ ਵੀ ਹੈਗੇ ਆ, ਉਹਨਾਂ ਦਾ ਵੀ ਜਿਹੜਾ ਖਾਲਿਸਤਾਨ ਦੇ ਬਾਰੇ ਗੱਲਬਾਤ ਕਰਨੀ। ਇਹ ਸਾਰੀ ਗੱਲਬਾਤ ਆਪਾਂ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਚੀਜ਼ ਨੂੰ ਦੇਖੀਏ ਕਿ ਖਾਲਿਸਤਾਨੀ ਹੋਣਾ ਕਾਨੂੰਨੀ ਜੁਰਮ ਆ। ਜੇ ਆਪਾਂ ਖਾਸ ਕਰਕੇ ਭਾਰਤ ਦੀ ਗੱਲ ਕਰਦੇ ਹਾਂ, ਕਿਉਂਕਿ ਵਿਦੇਸ਼ਾਂ ਵਿੱਚ ਤਾਂ ਸਾਰੇ ਥਾਂ ਥਾਂ 'ਤੇ ਆਪਾਂ ਦੇਖਦੇ ਹਾਂ ਕਿ ਇਹ ਜਿਹੜੀ ਮੁਹਿੰਮ ਜਿਹੜੀ ਖਾਲਿਸਤਾਨ ਦੀ ਚੱਲਦੀ ਆ, ਡੈਮੋਕ੍ਰੈਟਿਕ ਤਰੀਕੇ ਨਾਲ ਚੱਲਦੀ ਆ। ਕਦੇ ਵੀ ਕਿਸੇ ਸਰਕਾਰ ਨੇ ਇਸ ਨੂੰ ਗਲਤ ਨਹੀਂ ਠਹਿਰਾਇਆ, ਨਾ ਕਿਸੇ ਇਸ 'ਤੇ ਕਦੇ ਕੋਈ ਪਾਬੰਦੀ ਲਾਈ ਹੈ, ਨਾ ਕਦੇ ਕੁਛ ਇੱਦਾਂ ਦਾ ਕੰਮ ਕੀਤਾ ਵੀ ਹਾਂ ਵੀ ਇਹ ਖਾਲਿਸਤਾਨ ਆ ਜਿਹੜਾ ਗੱਲ ਕਰਨਾ ਜਾਂ ਖਾਲਿਸਤਾਨੀ ਹੋਣਾ ਕਾਨੂੰਨੀ ਜੁਰਮ ਹੋਵੇ। ਦੁਨੀਆ ਦਾ ਕਾਨੂੰਨ ਆ ਜਿਹੜਾ ਉਹ ਇਸ ਚੀਜ਼ ਨੂੰ ਮਾਨਤਾ ਦਿੰਦਾ ਕਿ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ, ਜਿਹੜੀ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਆਪਣੀ ਗੱਲ ਆ ਜਿਹੜੀ ਉਹ ਦੁਨੀਆ ਦੇ ਪੱਧਰ 'ਤੇ ਤੁਸੀਂ ਰੱਖ ਸਕਦੇ ਆ, ਕਿਤੇ ਵੀ ਆਪਣੀ ਗੱਲ ਆ ਜਿਹੜੀ ਕਰ ਸਕਦੇ ਆ। ਜਿਵੇਂ ਕਿ ਇਤਿਹਾਸ ਦੇ ਵਿੱਚ ਵੀ ਆਪਾਂ ਨੂੰ ਪਤਾ ਕਿ ਪਿੱਛੇ ਜਦੋਂ ਲੰਡਨ ਡਿਕਲੇਰੇਸ਼ਨ ਦਾ ਪ੍ਰੋਗਰਾਮ ਹੋਇਆ ਸੀਗਾ, ਜਾਂ ਹੋਰ ਸਮੇਂ ਸਿਰ ਚਾਹੇ ਕੈਨੇਡਾ ਦੇ ਵਿੱਚ ਹੋਵੇ, ਜਿਹੜੀ ਭਾਰਤ ਦੀ ਸਰਕਾਰ ਆ ਉਹ ਹਮੇਸ਼ਾ ਜਿਹੜੀ ਉਸ 'ਤੇ ਜਿਹੜਾ ਇਤਰਾਜ਼ ਜਤਾਉਂਦੀ ਰਹਿੰਦੀ ਹੈ ਕਿ ਇੱਥੇ ਖਾਲਿਸਤਾਨੀ ਇਹਨਾਂ 'ਤੇ ਰੋਕ ਲਾਈ ਜਾਵੇ। ਅਤੇ ਕਦੇ ਵੀ ਬਾਹਰ ਦੀਆਂ ਸਰਕਾਰਾਂ ਨੇ ਇਸ ਚੀਜ਼ 'ਤੇ ਜਿਹੜੇ ਪਾਬੰਦੀ ਜਾਂ ਇਸ ਚੀਜ਼ 'ਤੇ ਕਦੇ ਰੋਕ ਨਹੀਂ ਲਾਈ। ਸੋ ਜੇ ਆਪਾਂ ਗੱਲ ਕਰਦੇ ਹਾਂ, ਭਾਰਤ ਦੀ ਗੱਲ ਕਰਦੇ ਹਾਂ, ਜਿੱਥੇ ਇਸ ਸਮੇਂ ਕਿਸਾਨੀ ਸੰਘਰਸ਼ ਚੱਲ ਰਿਹਾ, ਜਿੱਥੇ ਖਾਲਿਸਤਾਨ ਨੂੰ ਬੜਾ ਇੱਕ ਵੱਡਾ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਜਦੋਂ ਵੀ ਕੋਈ ਮੜਾ ਜਾਂ ਕੋਈ ਮੀਡੀਆ ਵਾਲਾ ਜਾਂ ਕੋਈ ਭਾਰਤ ਦਾ ਨੁਮਾਇੰਦਾ ਜਿਹੜਾ ਹੈਗਾ, ਸਰਕਾਰ ਦੇ ਨੁਮਾਇੰਦੇ ਜਿਹੜੇ ਹੈਗੇ ਆ, ਜਦੋਂ ਉਹ ਮੜੀ ਜੀ ਗੱਲ ਕੋਈ ਖਾਲਿਸਤਾਨ ਦਾ ਨਾਂ ਲੈ ਦਿੰਦੇ ਆ ਕਿ ਤੁਹਾਡੇ ਸੰਘਰਸ਼ ਦੇ ਵਿੱਚ ਖਾਲਿਸਤਾਨੀ ਆਏ ਹੋਏ ਆ, ਜਾਂ ਜਿਹੜੇ ਖਾਲਿਸਤਾਨੀ ਫੰਡਿੰਗ ਕਰ ਰਹੇ ਆ, ਅਤੇ ਉਦੋਂ ਜਿਹੜੇ ਉੱਥੋਂ ਦੀ ਜਿਹੜੀ ਲੀਡਰਸ਼ਿਪ ਹੈਗੀ ਆ, ਉਹਦਾ ਜਿਹੜਾ ਰਵੱਈਆ ਜਿਹੜਾ ਹੈਗਾ, ਉਹਦਾ ਜਿਹੜਾ ਜਵਾਬ ਦੇਣ ਦਾ ਤਰੀਕਾ ਹੈਗਾ, ਬੜਾ ਉਹ ਵੱਖਰਾ ਜਿਹੇ ਤਰੀਕੇ ਨਾਲ ਉਸ ਨੂੰ ਡੀਲ ਕਰਦੇ ਆ। ਸੋ ਆਪਾਂ ਉਸੇ ਦੇ ਵਿਸ਼ੇ 'ਤੇ ਗੱਲਬਾਤ ਕਰ ਰਹੇ ਹਾਂ ਤੁਹਾਡੇ ਨਾਲ ਕਿ ਖਾਲਿਸਤਾਨੀ ਹੋਣਾ ਕਾਨੂੰਨੀ ਜੁਰਮ ਆ। ਜੇ ਤਾਂ ਭਾਰਤ ਦੇ ਸੰਵਿਧਾਨ ਦੇ ਅਕੋਰਡਿੰਗਲੀ ਖਾਲਿਸਤਾਨੀ ਹੋਣਾ ਕਾਨੂੰਨੀ ਜੁਰਮ ਆ, ਜਾਂ ਉੱਥੇ ਕੋਈ ਖਾਲਿਸਤਾਨੀ ਜਿਹੜਾ ਖਾਲਿਸਤਾਨ ਦੀ ਗੱਲ ਕਰਨਾ ਜਾਂ ਖਾਲਿਸਤਾਨ ਦਾ ਨਾਂ ਲੈਣਾ ਵੀ ਕਾਨੂੰਨੀ ਜੁਰਮ ਆ। ਸੋ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਉੱਥੇ ਨਿਗਾਹ ਮਾਰੀਏ ਤਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਪਾਰਟੀ ਹੈ, ਜਿਹੜੀ ਖਾਲਿਸਤਾਨ ਦੇ ਨਾਂ 'ਤੇ ਜਿਹੜੀ ਉੱਥੇ ਸੰਘਰਸ਼ ਲੜਦੇ ਆ, ਆਪਣੇ ਇਲੈਕਸ਼ਨ ਵੀ ਲੜਦੇ ਆ, ਉੱਥੇ ਜਿਹੜਾ ਸੰਘਰਸ਼ ਕਰਦੇ ਆ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਜਿਹੜੇ ਉੱਥੋਂ ਦੇ ਲੀਡਰ ਆ, ਜਾਂ ਉੱਥੋਂ ਦੇ ਜਿਹੜੀ ਸਰਕਾਰ ਆ, ਜਾਂ ਉੱਥੋਂ ਦਾ ਮੀਡੀਆ ਜਿਹੜਾ ਹੈਗਾ, ਉਹਨਾਂ ਨੂੰ ਮੈਂ ਇਹੀ ਗੱਲ ਪੁੱਛਣੀ ਚਾਹੁੰਦਾ ਕਿ ਜਦੋਂ ਉਹ ਆਪਣੇ ਪਾਰਟੀ ਉੱਥੇ ਖਾਲਿਸਤਾਨ ਦੇ ਨਾਮ 'ਤੇ ਸੰਘਰਸ਼ ਲੜਦੇ ਆ, ਖਾਲਿਸਤਾਨ ਦੇ ਨਾਂ 'ਤੇ ਇਲੈਕਸ਼ਨ ਲੜਦੇ ਆ, ਜੇ ਖਾਲਿਸਤਾਨ ਦਾ ਨਾਂ ਲੈਣਾ ਕਾਨੂੰਨੀ ਜੁਰਮ ਆ, ਅਤੇ ਫਿਰ ਜਿਹੜੇ ਇਲੈਕਸ਼ਨ ਲੜ ਰਹੇ ਆ, ਇਹ ਭਾਰਤ ਸਰਕਾਰ ਨੇ ਫਿਰ ਇਹਨਾਂ ਨੂੰ ਕਿਉਂ ਮਾਨਤਾ ਦਿੱਤੀ ਹੋਈ ਹੈ?
ਕਿਉਂਕਿ ਭਾਰਤ ਦਾ ਸੰਵਿਧਾਨ ਇਹ ਗੱਲ ਨੂੰ ਮੰਨਦਾ ਕਿ ਤੁਸੀਂ ਡੈਮੋਕ੍ਰੈਟਿਕ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਤੁਸੀਂ ਖਾਲਿਸਤਾਨ ਦੀ ਗੱਲ ਕਰ ਸਕਦੇ ਆ। ਸੋ ਇਸੇ ਕਰਕੇ ਹੀ ਜਿਹੜੀ ਉਹਨਾਂ ਨੇ ਉਸ ਜਿਹੜੀਆਂ ਪਾਰਟੀਆਂ ਨੂੰ ਜਿਹੜੇ ਉੱਥੇ ਗੱਲਬਾਤ ਕਰਦੇ ਆ ਉਹਨਾਂ ਨੂੰ ਮਾਨਤਾ ਦਿੱਤੀ ਹੋਈ ਹੈ ਕਿ ਤੁਸੀਂ ਹਾਂ ਖਾਲਿਸਤਾਨ ਦੇ ਡੈਮੋਕ੍ਰੈਟਿਕ ਤਰੀਕੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਸਾਰਿਆਂ ਨੂੰ ਪਤਾ ਕਿ ਜਿਹੜਾ ਉਹਨਾਂ ਨੇ ਕੇਸ ਵੀ ਜਿੱਤਿਆ ਸੀਗਾ ਕਿ ਜਿਹਦੇ 'ਚ ਉਹਨਾਂ ਨੇ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਤੁਸੀਂ ਸ਼ਾਂਤਮਈ ਤਰੀਕੇ ਨਾਲ ਜਿਹੜੀ ਖਾਲਿਸਤਾਨ ਦੀ ਗੱਲ ਕਰ ਸਕਦੇ ਆ। ਸੋ ਦੂਸਰੀ ਗੱਲ, ਜੇ ਖਾਲਿਸਤਾਨੀ ਹੋਣਾ ਜਾਂ ਖਾਲਿਸਤਾਨੀ ਆਪਣੇ ਆਪ ਨੂੰ ਕਹਾਉਣਾ ਜੁਰਮ ਆ। ਸੋ ਹੁਣੇ ਜੇ ਪਿੱਛੇ ਤੁਸੀਂ ਬਿਆਨ ਦੇਖਿਆ ਹੋਣਾ ਕਿ ਧਰਮਵੀਰ ਗਾਂਧੀ ਦਾ ਜੋ ਬਿਆਨ ਆਇਆ ਕਿ ਮੈਂ ਵੀ ਖਾਲਿਸਤਾਨੀ ਹਾਂ, ਜੇ ਸੱਚ ਦੀ ਗੱਲ ਕਰਨੀ, ਇਨਸਾਫ ਦੀ ਗੱਲ ਕਰਨੀ, ਹੱਕ ਦੀ ਗੱਲ ਕਰਨੀ, ਖਾਲਿਸਤਾਨੀ ਆ ਤਾਂ ਮੈਂ ਵੀ ਖਾਲਿਸਤਾਨੀ ਹਾਂ। ਸੋ ਜਿਹੜੇ ਤੁਹਾਡੇ ਚੁਣੇ ਹੋਏ ਨੁਮਾਇੰਦੇ ਆ, ਜਿਹੜੇ ਤੁਹਾਡੇ ਪਾਰਲੀਮੈਂਟਾਂ 'ਚ, ਜਿਹੜੀਆਂ ਤੁਹਾਡੀਆਂ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਜਿਹੜੇ ਜਾ ਕੇ ਮੈਂਬਰ ਬੈਠਦੇ ਆ, ਉਹ ਖੁਦ ਨੂੰ ਕਹਿ ਰਹੇ ਆ ਕਿ ਅਸੀਂ ਖਾਲਿਸਤਾਨੀ ਹਾਂ। ਜੇ ਇਹ ਕਾਨੂੰਨੀ ਜੁਰਮ ਆ, ਜੇ ਭਾਰਤ 'ਚ ਕਾਨੂੰਨੀ ਅਪਰਾਧ ਆ, ਤੇ ਇਹ ਜਿਹੜੇ ਤੁਹਾਡੇ ਜਿਹੜੇ ਉੱਥੋਂ MLA MP ਜਿਹੜੇ ਚੁਣੇ ਜਾਂਦੇ ਆ ਖੁਦ ਨੂੰ ਕਹਿੰਦੇ ਵੀ ਆ, ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਜਿਹੜੇ ਹੈਗੇ ਆ ਉਹ ਤੁਹਾਡੇ ਉੱਥੇ ਪਾਰਲੀਮੈਂਟ ਦੇ ਵਿੱਚ ਤੁਹਾਡੇ ਉੱਥੇ ਜਾ ਕੇ ਉੱਥੇ ਬਹਿੰਦੇ ਆ, ਐਜ਼ ਏ ਖਾਲਿਸਤਾਨੀ ਦੇ ਤੌਰ 'ਤੇ ਉੱਥੇ ਬਹਿੰਦੇ ਆ। ਤੇ ਉਦੋਂ ਤੁਹਾਡਾ ਸਿਸਟਮ ਫਿਰ ਉਹਨਾਂ ਨੂੰ ਕਿਸ ਤਰੀਕੇ ਨਾਲ ਮਾਨਤਾ ਦੇ ਦਿੰਦਾ, ਜੇ ਹੁਣ ਤੁਸੀਂ ਤੁਹਾਨੂੰ ਇੰਨੀ ਤਕਲੀਫ ਹੁੰਦੀ ਹੈ ਕਿ ਖਾਲਿਸਤਾਨੀ ਜਿਹੜੇ ਹੈਗੇ ਆ ਉਹ ਇਸ ਸੰਘਰਸ਼ ਦੇ ਵਿੱਚ, ਕਿਸਾਨ ਅੰਦੋਲਨ ਦੇ ਵਿੱਚ, ਕਿਸਾਨ ਸੰਘਰਸ਼ ਦੇ ਵਿੱਚ ਕਿਉਂ ਉੱਥੇ ਮਦਦ ਕਰ ਰਹੇ ਆ, ਜਾਂ ਜਦੋਂ ਖਾਲਿਸਤਾਨ ਦੀ ਗੱਲ ਆਉਂਦੀ ਆ ਤੇ ਉਹ ਸਾਰਾ ਜਿਹੜਾ ਹੈਗਾ ਉੱਥੋਂ ਦਾ ਮੀਡੀਆ ਜਿਹੜਾ ਹੈਗਾ ਜਾਂ ਉੱਥੋਂ ਦਾ ਜਿਹੜੇ ਹੈਗਾ ਸਿਸਟਮ ਜਿਹੜਾ ਹੈਗਾ ਉਹ ਭੜਕ ਉੱਠਦਾ। ਦੂਸਰੀ ਗੱਲ ਕਿ ਜੇ ਉੱਥੇ ਖਾਲਿਸਤਾਨੀ ਸੰਘਰਸ਼ ਦੇ ਵਿੱਚ ਗਿਆ, ਪਹਿਲੀ ਗੱਲ ਤਾਂ ਜੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ, ਕਿਸਾਨਾਂ ਦੇ ਅੰਦੋਲਨ ਦੇ ਵਿੱਚ ਹਰ ਕਿਸੇ ਨੂੰ ਜਾਣ ਦਾ ਹੱਕ ਹੈਗਾ, ਹਰ ਕਿਸੇ ਨੂੰ ਆਪਣਾ ਉੱਥੇ ਜਾ ਕੇ ਸਪੋਰਟ ਕਰਨ ਦਾ ਹੱਕ ਹੈਗਾ। ਜੇ ਹੋਰ ਸਾਰੀਆਂ ਜਥੇਬੰਦੀਆਂ, ਹੋਰ ਸਾਰੇ ਨੁਮਾਇੰਦੇ ਜਿਹੜੇ ਹੈਗੇ ਆ ਉਹ ਉੱਥੇ ਜਾ ਸਕਦੇ ਆ, ਉੱਥੇ ਗੱਲਬਾਤ ਕਰ ਸਕਦੇ ਆ, ਤਾਂ ਜਿਹੜਾ ਆਪਣੇ ਆਪ ਨੂੰ ਖਾਲਿਸਤਾਨੀ ਕਹਾਉਂਦਾ ਉਹਦਾ ਵੀ ਇਹ ਹੱਕ ਬਣਦਾ ਕਿ ਉਹ ਇਸ ਮੁਹਿੰਮ ਦੇ ਵਿੱਚ ਜਾ ਸਕੇ। ਉਹ ਵੱਖਰੀ ਗੱਲ ਆ ਕਿ ਤੁਸੀਂ ਸਟੇਜ 'ਤੇ ਉਹ ਗੱਲ ਨਹੀਂ ਕਰਨਾ ਚਾਹੁੰਦੇ, ਤੁਹਾਡੀ ਆਪਣੀ ਰਣਨੀਤੀ ਆ, ਤੁਹਾਡੇ ਆਪਣੇ ਸਟੇਜ ਦੇ ਰੂਲ ਆ, ਤੁਸੀਂ ਉਹ ਗੱਲ ਨਹੀਂ ਕਰਨੀ ਚਾਹੁੰਦੇ, ਉਹ ਤੁਹਾਡਾ ਬਿਲਕੁਲ ਤੁਹਾਡੇ ਉਸ ਗੱਲ ਨਾਲ ਸਹਿਮਤ ਹੈ ਕਿ ਤੁਹਾਡੇ ਆਪਣੇ ਸਟੇਜ ਰੂਲ ਦੇ ਅਕੋਰਡਿੰਗਲੀ ਤੁਸੀਂ ਜਿਵੇਂ ਵੀ ਉਹਨੂੰ ਰਨ ਕਰਨਾ ਚਾਹੁੰਦੇ ਹੋ, ਤੁਹਾਡੀ ਮਰਜ਼ੀ ਆ। ਪਰ ਇਸ ਦਾ ਮਤਲਬ ਇਹ ਨਹੀਂ ਕਿ ਜੇ ਕੋਈ ਖਾਲਿਸਤਾਨੀ ਆ ਜਾਂ ਜੇ ਕੋਈ ਆਪਣੀ ਉਹ ਵਿਚਾਰਧਾਰਾ ਤੁਹਾਡੇ ਨੂੰ ਵੱਖਰੀ ਆ ਤੇ ਉਹ ਇਸ ਅੰਦੋਲਨ ਦੇ ਵਿੱਚ ਉਹ ਸ਼ਾਮਲ ਨਹੀਂ ਹੋ ਸਕਦਾ। ਜੇ ਦੂਸਰੀ ਗੱਲ, ਜਿਹੜੇ ਭਾਰਤ ਦੇ ਮੀਡੀਆ ਦੀ ਆਪਾਂ ਗੱਲ ਕਰਦੇ ਹਾਂ, ਭਾਰਤ ਦੇ ਸਿਸਟਮ ਦੀ ਗੱਲ ਕਰਦੇ ਹਾਂ, ਜੇ ਖਾਲਿਸਤਾਨੀ ਉੱਥੇ ਜਾਂਦੇ ਆ, ਉਹ ਸਿਸਟਮ ਕਿਸਾਨ ਅੰਦੋਲਨ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਇਹ ਹੁਣ ਉਹਨਾਂ ਦਾ ਉਹ ਸਿਰਫ ਉੱਥੇ ਜਾਣ ਦੇ ਨਾਲ ਇਹ ਹੁਣ ਖਾਲਿਸਤਾਨੀ ਸ਼ਾਮਲ ਹੋ ਗਏ, ਖਾਲਿਸਤਾਨੀਆਂ ਦਾ ਅੰਦੋਲਨ ਹੋ ਗਿਆ। ਤੇ ਮੈਂ ਪੁੱਛਣਾ ਚਾਹੁੰਦਾ ਕਿ ਸਾਰੇ ਤੁਹਾਡਾ ਭਾਰਤੀ ਮੀਡੀਆ ਖਾਲਿਸਤਾਨੀ ਆ? ਜੇ ਤੁਹਾਡਾ ਭਾਰਤੀ ਮੀਡੀਆ, ਜੇ ਤੁਹਾਡਾ ਤਰਕ ਇਹੀ ਆ ਕਿ ਉੱਥੇ ਖਾਲਿਸਤਾਨੀ ਚੱਲ ਗਏ ਤੇ ਹੁਣ ਇਹ ਖਾਲਿਸਤਾਨੀ ਸੰਘਰਸ਼ ਹੋ ਗਿਆ, ਤੇ ਉੱਥੇ ਸਾਰਾ ਭਾਰਤ ਦਾ ਮੀਡੀਆ ਵੀ ਚੀਕਾਂ ਮਾਰ ਮਾਰ ਕੇ ਕਹਿੰਦਾ ਖਾਲਿਸਤਾਨ ਦਾ ਨਾਂ ਲੈਣ ਨਾਲ ਜਾਂ ਖਾਲਿਸਤਾਨੀ ਉੱਥੇ ਜਾਣ ਦਾ ਨਾਲ ਉਹ ਖਾਲਿਸਤਾਨੀ ਸੰਘਰਸ਼ ਹੋ ਜਾਂਦਾ, ਫਿਰ ਤੇ ਤੁਹਾਡਾ ਸਾਰਾ ਮੀਡੀਆ ਖਾਲਿਸਤਾਨੀ ਆ। ਕਿਉਂਕਿ ਉਹ ਬੰਦੇ ਜਿਹੜੇ ਖੁਦ ਨੂੰ ਆਪਣੇ ਆਪ ਨੂੰ ਖਾਲਿਸਤਾਨੀ ਕਹਿੰਦੇ ਆ, ਖਾਲਿਸਤਾਨ ਦੇ ਨਾਂ 'ਤੇ ਇਲੈਕਸ਼ਨ ਲੜਦੇ ਆ, ਅਤਿੰਦਰਪਾਲ ਸਿੰਘ ਹੋਣੀ ਜਿਹੜੇ ਤੁਹਾਡੇ MP ਰਹੇ ਆ, ਉਹ ਆਪਣੇ ਨਾਮ ਦੇ ਨਾਲ ਸਪੈਸ਼ਲੀ ਖਾਲਿਸਤਾਨੀ ਲਾਇਆ ਹੋਇਆ ਉਹਨਾਂ ਨੇ। ਕੀ ਉਹ ਤੁਹਾਡੇ ਮੀਡੀਆ 'ਤੇ ਆਣ ਕੇ ਨਹੀਂ ਬੈਠਦੇ? ਕੀ ਉਹ ਤੁਹਾਡੇ ਮੀਡੀਆ 'ਤੇ ਆਣ ਕੇ ਤੁਸੀਂ ਉਹਨਾਂ ਨਾਲ ਗੱਲਬਾਤ ਨਹੀਂ ਕਰਦੇ? ਜੇ ਤੁਹਾਡੇ ਮੀਡੀਆ 'ਤੇ ਆਣ ਕੇ ਉਹ ਬੈਠ ਸਕਦੇ ਆ, ਬੈਠਣ ਦੇ ਨਾਲ ਤੁਹਾਡਾ ਮੀਡੀਆ ਸਾਰਾ ਖਾਲਿਸਤਾਨੀ ਨਹੀਂ ਹੁੰਦਾ। ਤੁਸੀਂ ਉਹਨਾਂ ਨੂੰ ਖਾਲਿਸਤਾਨੀ ਤੁਹਾਡੇ ਉੱਥੇ ਬੈਠ ਕੇ ਗੱਲ ਵੀ ਕਰਦੇ ਆ, ਤੁਹਾਡੇ ਨਾਲ TV 'ਤੇ ਵੀ। ਹੁਣ ਕਿਸਾਨ ਅੰਦੋਲਨ ਦੇ ਵਿੱਚ ਵੀ ਜਸਕਰਨ ਸਿੰਘ, ਕਾਹਨ ਸਿੰਘ ਵਾਲਾ, GTV 'ਤੇ ਇਹਨਾਂ ਨੇ ਹੋਰ ਵੱਖੋ ਵੱਖ ਟੀਵੀਆਂ 'ਤੇ ਕਿੰਨੇ ਇਹਨੇ ਇੰਟਰਵਿਊ ਕੀਤੇ ਆ ਜਿਹੜੇ। ਜੇ ਤਾਂ ਖਾਲਿਸਤਾਨੀ ਜਾ ਕੇ ਕਿਸਾਨ ਅੰਦੋਲਨ ਦੇ ਵਿੱਚ ਬੈਠ ਜਾਂਦਾ, ਉੱਥੇ ਜਾ ਕੇ ਆਪਣੀ ਸੰਘਰਸ਼ ਦੀ ਹਮਾਇਤ ਕਰਦਾ, ਤੇ ਉਹ ਸਾਰਾ ਅੰਦੋਲਨ ਤੁਹਾਨੂੰ ਖਾਲਿਸਤਾਨੀ ਲੱਗਣ ਲੱਗ ਪੈਂਦਾ, ਸਾਰਾ ਤੁਹਾਨੂੰ ਉਹ ਲੱਗਦਾ ਭਾਰਤ ਦੇ ਮੀਡੀਆ ਨੂੰ ਕਿ ਇਹ ਸਾਰਾ ਹੀ ਖਾਲਿਸਤਾਨੀ ਹੋ ਗਿਆ। ਚੰਗੀ ਗੱਲ ਆ, ਸਾਡੇ ਵੱਲੋਂ ਤਾਂ ਕੋਈ ਗੱਲ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ ਵੀ ਸਾਰੇ ਖਾਲਿਸਤਾਨੀ ਹੋਣ, ਵਧੀਆ ਗੱਲ ਆ। ਪਰ ਮੈਂ ਗੱਲ ਨਾਲ ਦੀ ਨਾਲ ਕਿਸਾਨ ਲੀਡਰਾਂ ਦੀ ਵੀ ਕਰਦਾ, ਜਿਹੜੇ ਇਸ ਭਾਰਤ ਦੇ ਮੀਡੀਆ ਦੇ ਕਹਿਣ 'ਤੇ ਜਾਂ ਇਸ ਭਾਰਤ ਦੇ ਮੀਡੀਆ ਦੀਆਂ ਗੱਲਾਂ ਸੁਣ ਕੇ ਉਹ ਇਸ ਗੱਲ ਤੋਂ ਭੜਕ ਉੱਠਦੇ ਆ ਵੀ ਇੱਥੇ ਖਾਲਿਸਤਾਨੀ ਆ ਗਏ ਆ ਤੇ ਭਾਰਤ ਦਾ ਮੀਡੀਆ ਹੁਣ ਇਹ ਕਹਿ ਰਿਹਾ। ਸੋ ਮੈਂ ਉਹਨਾਂ ਦੇ ਇਸ ਕਰਕੇ ਮੈਂ ਨਾਲ ਇਹ ਗੱਲ ਜੋੜ ਕੇ ਕਹਿ ਰਿਹਾ
ਕਿ ਇੱਕ ਤਾਂ ਪਹਿਲੀ ਗੱਲ ਤਾਂ ਜਿਹੜੇ ਕਿਸਾਨੀ ਲੀਡਰ ਜਿਹੜੇ ਹੈਗੇ ਆ, ਜਿਹੜੇ ਕਹਿੰਦੇ ਆ ਕਿ ਅਸੀਂ ਤਰਕ ਦੇ ਨਾਲ ਭਾਰਤ ਦੇ ਸਰਕਾਰ ਨੂੰ ਜਿਹੜਾ ਵਾਹਣੇ ਪਾਇਆ ਹੋਇਆ, ਸਾਡੇ ਕੋਲ ਬੜੀ ਤਰਕ ਨਾਲ ਗੱਲ ਕਰਨ ਦਾ ਸਾਡੇ ਕੋਲ ਤਰੀਕਾ ਹੈਗਾ, ਅਸੀਂ ਬੜੇ ਤਰਕ ਨਾਲ ਗੱਲ ਕਰਦੇ ਹਾਂ, ਅਸੀਂ ਹਰ ਮੀਟਿੰਗ 'ਚ ਜਾ ਕੇ ਉਹਨਾਂ ਦਾ ਤਰਕ ਨਾਲ ਜਵਾਬ ਦਿੰਦੇ, ਬਹੁਤ ਵਧੀਆ ਗੱਲ ਆ ਤੁਸੀਂ ਤਰਕ ਨਾਲ ਜਵਾਬ ਦਿੰਦੇ ਆ। ਪਰ ਕੀ ਇਸ ਵਿਸ਼ੇ 'ਤੇ ਆਣ ਕੇ ਜਿਹੜੇ ਤੁਹਾਡੇ ਤਰਕ ਆ ਜਿਹੜੇ ਉਹ ਖਤਮ ਹੋ ਜਾਂਦੇ ਆ? ਕਿ ਜੇ ਤੁਹਾਨੂੰ ਕੋਈ ਉੱਥੋਂ ਸਰਕਾਰ ਦਾ ਨੁਮਾਇੰਦਾ ਜਦੋਂ ਇਹ ਗੱਲ ਕਹਿੰਦਾ ਕਿ ਤੁਹਾਡੇ ਉੱਥੇ ਖਾਲਿਸਤਾਨੀ ਆਏ ਆ ਅਤੇ ਇਸ ਕਰਕੇ ਤੁਹਾਡਾ ਜਿਹੜਾ ਸੰਘਰਸ਼ ਜਿਹੜਾ ਸਾਰਾ ਖਾਲਿਸਤਾਨੀ ਹੋ ਗਿਆ, ਖਾਲਿਸਤਾਨੀਆਂ ਨੇ ਹਾਈਜੈਕ ਕਰ ਲਿਆ, ਕੀ ਤੁਸੀਂ ਉੱਥੇ ਇਹ ਤਰਕ ਦੇ ਕੇ ਉਹਨਾਂ ਨੂੰ ਪੁੱਛ ਨਹੀਂ ਸਕਦੇ ਕਿ ਜਦੋਂ ਉਹੀ ਖਾਲਿਸਤਾਨੀ ਤੁਹਾਡੇ ਮੀਡੀਆ 'ਤੇ ਆਉਂਦੇ ਆ ਕਿ ਤੁਹਾਡਾ ਸਾਰਾ ਮੀਡੀਆ ਖਾਲਿਸਤਾਨੀ ਹੋ ਜਾਂਦਾ? ਕੀ ਉਹੀ ਆਪਣੇ ਨਾਮ ਦੇ ਨਾਲ ਜਿਨ੍ਹਾਂ ਨੇ ਖਾਲਿਸਤਾਨੀ ਲਾਇਆ ਹੋਇਆ, ਤੰਦਰਪਾਲ ਸਿੰਘ ਖਾਲਿਸਤਾਨੀ ਵਰਗੇ, ਜਦੋਂ ਉਹ ਇਲੈਕਸ਼ਨ ਜਿੱਤ ਕੇ ਤੁਹਾਡੇ ਪਾਰਲੀਮੈਂਟ 'ਚ ਆ ਕੇ ਬੈਠਦੇ ਆ, ਕੀ ਤੁਹਾਡੀ ਸਾਰੀ ਪਾਰਲੀਮੈਂਟ ਖਾਲਿਸਤਾਨੀ ਹੋ ਜਾਂਦੀ ਹੈ? ਕੀ ਜਿਹੜੇ ਤੁਹਾਡੇ ਜਿਹੜੇ ਆਪਣੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣੀ ਇਲੈਕਸ਼ਨ ਜਿੱਤ ਕੇ ਜਾ ਕੇ ਉੱਥੇ ਤੁਹਾਡੇ ਪਾਰਲੀਮੈਂਟ 'ਚ, ਤੁਹਾਡੇ ਰਾਜ ਸਭਾ 'ਚ, ਲੋਕ ਸਭਾ 'ਚ ਜਿਹੜੇ ਤੁਹਾਡੇ ਉੱਥੇ ਜਾ ਕੇ ਬਹਿੰਦੇ ਰਹੇ ਆ, ਕੀ ਉਹ ਉੱਥੇ ਜਾਣ ਦੇ ਨਾਲ ਤੁਹਾਡੀ ਉਹ ਸਾਰੀ ਜਿਹੜੀ ਹੈਗੀ ਆ ਉਹ ਤੁਹਾਡੇ ਸਾਰਾ ਜਿਹੜਾ ਪਾਰਲੀਮੈਂਟ ਆ, ਲੋਕ ਸਭਾ, ਉਹ ਸਾਰੇ ਖਾਲਿਸਤਾਨੀ ਲੀਡਰ ਹੋ ਜਾਂਦੇ ਆ ਉਹਨਾਂ ਦੇ ਨਾਲ ਬਰਾਬਰ ਬੈਠਣ ਦੇ ਨਾਲ? ਇਹ ਤਰਕ ਜਿਹੜੇ ਹੈਗੇ ਆ, ਜਦੋਂ ਕਿਸਾਨ ਲੀਡਰ ਜਿਹੜੇ ਹੈਗੇ ਆ, ਨੇਤੇ ਜਿਹੜੇ ਆਪਣੇ ਆਪ ਹੈਗੇ, ਜਦੋਂ ਉਹਨਾਂ ਨਾਲ ਲੀਡਰਾਂ ਨਾਲ ਭਾਰਤ ਦੇ ਜਿਹੜੇ ਨੁਮਾਇੰਦੇ ਜਿਹੜੇ ਹੈਗੇ ਆ ਜਾਂ ਮੀਡੀਆ ਜਿਹੜਾ ਹੈਗਾ, ਜਦੋਂ ਉਹਨਾਂ ਨਾਲ ਜਾ ਕੇ ਬੈਠਦੇ ਆ, ਉਹਨਾਂ ਨਾਲ ਗੱਲਬਾਤ ਕਰਦੇ ਆ, ਜਦੋਂ ਇਹਨਾਂ 'ਤੇ ਇਤਰਾਜ਼ ਕਰਦੇ ਆ ਕਿ ਤੁਹਾਡੇ ਸੰਘਰਸ਼ ਦੇ ਵਿੱਚ ਖਾਲਿਸਤਾਨੀ ਆ ਗਏ ਆ। ਪਹਿਲੀ ਗੱਲ ਤਾਂ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਪੰਜਾਬ ਦਾ ਸੰਘਰਸ਼ ਜਿਹੜਾ 1984 ਤੋਂ ਚੱਲਿਆ ਆ ਰਿਹਾ, ਇਸ ਸੰਘਰਸ਼ ਦੇ ਵਿੱਚ ਪੰਜਾਬ ਦਾ 1.5 ਲੱਖ ਬੱਚਾ ਬੱਚੀ ਜਿਹੜਾ ਸਿੰਘ ਨੌਜਵਾਨ ਜਿਹੜੇ ਹੈਗੇ ਆ, ਜਿਹੜੇ ਸ਼ਹੀਦ ਹੋਏ ਆ, ਉਹ ਖਾਲਿਸਤਾਨੀ ਸੀਗੇ, ਉਹ ਕਿਸਾਨਾਂ ਦੇ ਪੁੱਤ ਸੀਗੇ, ਉਹ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਆ। ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਇਸ ਪੰਜਾਬ ਦੇ ਲਈ ਕੁਰਬਾਨੀਆਂ ਦਿੱਤੀਆਂ, ਇਸ ਪੰਜਾਬ ਦੇ ਹੱਕਾਂ ਦੇ ਲਈ ਕੁਰਬਾਨੀਆਂ ਦਿੱਤੀਆਂ। ਉਹ ਆਪਣੇ ਆਪ ਨੂੰ ਖਾਲਿਸਤਾਨੀ ਵੀ ਕਹਾਉਂਦੇ ਸੀਗੇ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਨੇ ਇਹ ਗੱਲ ਬੜੇ ਸਾਫ਼ ਕਹੀ ਸੀ ਕਿ ਜਿੱਦਣ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਆਉਂਦੀ ਹੈ ਉਸ ਤਰ੍ਹਾਂ ਦੀ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ, ਔਰ ਉਸੇ ਬਚਨਾਂ 'ਤੇ ਪਹਿਰਾ ਦਿੰਦੇ ਹੋਏ ਜਿਹੜਾ ਸੰਘਰਸ਼ ਲੜਿਆ ਗਿਆ ਔਰ ਉਹ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ। ਜਿਨ੍ਹਾਂ ਨੇ 1.5 ਲੱਖ ਤੋਂ 2 ਲੱਖ ਆਪਣਾ ਮੁੰਡਾ ਸ਼ਹੀਦ ਕਰਵਾ ਲਿਆ, ਉਸ ਪੰਜਾਬ ਦੇ ਹੱਕਾਂ ਦੇ ਲਈ ਗੱਲ ਕਰਦੇ, ਕੁਰਬਾਨੀਆਂ ਦਿੱਤੀਆਂ, ਕਿ ਉਹਨਾਂ ਦਾ ਹੱਕ ਨਹੀਂ ਕਿ ਉਹ ਇਸ ਸੰਘਰਸ਼ ਦੇ ਵਿੱਚ ਆ ਕੇ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਸਕਣ? ਜੇ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੁੰਦੇ ਆ ਤਾਂ ਉੱਥੇ ਆਣ ਕੇ ਨਾ ਤੁਹਾਡੇ ਉਹ ਸਟੇਜ 'ਤੇ ਆਉਂਦੇ ਆ, ਉਹ ਆਪਣਾ ਸੰਘਰਸ਼ ਦੇ ਵਿੱਚ ਸ਼ਾਮਲ ਹੋ ਕੇ ਆਪਣਾ ਜੋ ਸੇਵਾ ਕਰ ਲਿਆ, ਲੰਗਰ ਪਾਣੀ ਕਰ ਰਹੇ ਆ। ਜੇ ਉੱਥੇ ਉਹ ਆਪਣੀ ਕੋਈ ਫੋਟੋ ਲਾ ਰਹੇ ਆ, ਚਾਹੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਫੋਟੋ ਲਾ ਰਹੇ ਆ, ਚਾਹੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਲਾ ਰਹੇ ਆ, ਅਤੇ ਉਹਦੇ ਤੋਂ ਜਿਹੜੇ ਬਾਕੀ ਦੇ ਲੀਡਰਾਂ ਨੂੰ, ਕਿਸਾਨ ਲੀਡਰਾਂ ਨੂੰ ਜਾਂ ਉੱਥੋਂ ਦੇ ਮੀਡੀਆ ਨੂੰ ਜਾਂ ਉੱਥੋਂ ਦੇ ਸਿਸਟਮ ਨੂੰ ਕਿਉਂ ਤਕਲੀਫ ਹੋ ਜਾਂਦੀ ਹੈ? ਜੇ ਗੱਲ ਕਰਦੇ ਆ ਕਿ ਫੰਡਿੰਗ ਦੀ, ਕਿ ਖਾਲਿਸਤਾਨ ਨੂੰ ਭਾਰਤ ਦਾ ਮੀਡੀਆ ਚੀਕਾਂ ਮਾਰ ਮਾਰ ਕੇ ਇਹ ਗੱਲ ਕਹਿੰਦਾ ਕਿ ਖਾਲਿਸਤਾਨੀਆਂ ਨੂੰ ਫੰਡਿੰਗ ISI ਕਰ ਰਹੀ ਆ, ਪਾਕਿਸਤਾਨ ਤੋਂ ਫੰਡਿੰਗ ਹੋ ਰਹੀ ਆ, ਫਲਾਣੇ ਬੰਨੋਂ ਫੰਡਿੰਗ ਹੋ ਰਹੀ ਆ, ਉੱਧਰੋਂ ਫੰਡਿੰਗ ਹੋ ਰਹੀ ਆ, ਇਹ ਹੋ ਗਿਆ, ਉਹ ਹੋ ਗਿਆ, ਸਾਰਾ ਦਿਨ ਚੀਕਾਂ ਮਾਰਦੇ ਆ। ਭਾਰਤ ਦਾ ਮੀਡੀਆ ਚੀਕਾਂ ਮਾਰਦਾ, ਭਾਰਤ ਦਾ ਸਿਸਟਮ ਚੀਕਾਂ ਮਾਰਦਾ, ਪਰ ਤੁਹਾਨੂੰ ਪਤਾ ਖਾਲਿਸਤਾਨੀਆਂ ਨੂੰ ਫੰਡਿੰਗ ਕੌਣ ਕਰ ਰਿਹਾ? ਜਿਹੜਾ ਇਹ ਮੀਡੀਆ ਜਿਹੜਾ ਰੌਲਾ ਪਾਉਂਦਾ, ਜਿਹੜਾ ਇਹ ਜਿਹੜਾ ਭਾਰਤ ਦਾ ਸਿਸਟਮ ਜਿਹੜਾ ਰੌਲਾ ਪਾ ਕੇ ਕਹਿੰਦਾ, ਕਦੇ ਇਹਨਾਂ ਨੂੰ ਸਵਾਲ ਪੁੱਛਿਓ ਵੀ ਜੇ ਖਾਲਿਸਤਾਨ ਦਾ ਜਿਹੜੀ ਗੱਲ ਕਰਨ ਵਾਲੇ ਆ, ਜਿਹੜਾ ਲੋਕੀ ਜਿਹੜੇ ਹੈਗੇ ਆ, ਜਿਹੜੇ ਆਪਣੇ ਆਪ ਨੂੰ ਖਾਲਿਸਤਾਨੀ ਕਹਾਉਂਦੇ ਆ, ਉਹਨਾਂ ਨੂੰ ਫੰਡਿੰਗ ਕੌਣ ਕਰ ਰਿਹਾ? ਬੜਾ ਇਸ ਸੰਘਰਸ਼ ਦੇ ਵਿੱਚ ਵੀ ਜਿਹੜਾ ਬੜਾ ਰੌਲਾ ਪਿਆ ਕਿ ਜਿਹੜੇ ਸੰਘਰਸ਼ 'ਚ ਜਿਹੜੀ ਫੰਡਿੰਗ ਹੋ ਰਹੀ ਆ, ਕਿੱਥੋਂ ਹੋ ਰਹੀ ਆ, ਕਿਸਾਨ ਅੰਦੋਲਨ ਦੇ ਵਿੱਚ ਜਿਹੜੀ ਫੰਡਿੰਗ ਹੋ ਰਹੀ ਆ, ਕੌਣ ਕਰ ਰਿਹਾ? ਜਿਹੜੇ MP, ਮੈਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਹੈ, ਚਾਹੇ ਉਹ ਤੰਦਰਪਾਲ ਸਿੰਘ ਹੋਵੇ, ਚਾਹੇ ਸਿਮਰਨਜੀਤ ਸਿੰਘ ਮਾਨ ਹੋਵੇ, ਚਾਹੇ ਜਿਹੜੇ ਹੋਰ ਜਿਹੜੇ ਲੀਡਰ ਆ ਜਿਹੜੇ ਖਾਲਿਸਤਾਨ ਦੇ ਨਾਂ 'ਤੇ ਜਿਨ੍ਹਾਂ ਨੇ ਸੰਘਰਸ਼ ਲੜੇ ਆ, ਜਿਨ੍ਹਾਂ ਨੇ ਖਾਲਿਸਤਾਨ ਦੇ ਨਾਂ 'ਤੇ ਇਲੈਕਸ਼ਨ ਲੜੇ ਆ, ਕੀ ਉਹਨਾਂ ਨੂੰ ਜਿਹੜਾ ਇੱਥੋਂ ਦਾ ਸਿਸਟਮ ਹੈਗਾ, ਭਾਰਤ ਦਾ ਸਿਸਟਮ ਹੈਗਾ, ਕੀ ਉਹਨਾਂ ਨੂੰ ਪੈਨਸ਼ਨ ਨਹੀਂ ਪੇ ਕਰ ਰਿਹਾ? ਉਹਨਾਂ ਨੇ ਖਾਲਿਸਤਾਨ ਦੇ ਨਾਂ 'ਤੇ ਜਿਹੜੇ ਇਲੈਕਸ਼ਨ ਲੜੇ ਆ, ਇਲੈਕਸ਼ਨ ਲੜ ਕੇ ਉੱਥੇ ਗਏ ਆ, ਜਾਂ ਜਿਨ੍ਹਾਂ ਨੇ ਆਪਣੇ ਨਾਮ ਦੇ ਨਾਲ ਖਾਲਿਸਤਾਨੀ ਲਾਇਆ ਹੋਇਆ, ਜਾਂ ਡਾਕਟਰ ਧਰਮਵੀਰ ਗਾਂਧੀ ਵਰਗੇ ਜਿਹੜੇ ਆਪਣੇ ਆਪ ਨੂੰ ਉਹ ਕਹਿੰਦੇ ਵੀ ਆ ਕਿ ਹਾਂ ਅਸੀਂ ਖਾਲਿਸਤਾਨੀ ਹਾਂ, ਜੇ ਹੱਕ ਸੱਚ ਇਨਸਾਫ ਦੀ ਗੱਲ ਕਰਨੀ ਹੈ ਤਾਂ ਅਸੀਂ ਖਾਲਿਸਤਾਨੀ ਹਾਂ, ਕੀ ਭਾਰਤ ਦੇ ਸਿਸਟਮ ਤੋਂ ਜਿਹੜੀ ਉਹਨਾਂ ਨੂੰ ਪੈਨਸ਼ਨ ਨਹੀਂ ਪੇ ਕੀਤੀ ਜਾ ਰਹੀ?
ਜੇ ਖਾਲਿਸਤਾਨੀ ਹੋਣਾ ਕਾਨੂੰਨੀ ਜੁਰਮ ਆ, ਜੇ ਖਾਲਿਸਤਾਨ ਦਾ ਨਾਂ ਲੈਣਾ ਕਾਨੂੰਨੀ ਜੁਰਮ ਆ, ਤੇ ਫਿਰ ਇਹ ਜਿਹੜਾ ਭਾਰਤ ਦਾ ਜਿਹੜਾ ਸਿਸਟਮ ਹੈਗਾ, ਉੱਥੋਂ ਦਾ ਜਿਹੜਾ ਇਹ ਸਰਕਾਰਾਂ ਜਿਹੜੀਆਂ ਹੈਗੀਆਂ, ਇਹ ਉਹਨਾਂ ਲੋਕਾਂ ਨੂੰ ਫਿਰ ਪੈਨਸ਼ਨ ਕਿਉਂ ਦੇ ਰਹੇ ਆ? ਉਹਨਾਂ ਨੂੰ ਤਾਂ ਪੈਸੇ ਵੀ ਦੇ ਰਹੇ ਆ, ਪੇ ਕਰ ਰਹੇ ਆ, ਖੁਦ ਪੇ ਕਰ ਰਹੇ ਆ, ਉਹਨਾਂ ਨੂੰ ਭੱਤੇ ਵੀ ਮਿਲਦੇ ਆ, ਸਾਰਾ ਕੁਝ। ਜਦੋਂ MP ਹੁੰਦੇ ਆ, MLA ਹੁੰਦੇ ਆ, ਉਹਨਾਂ ਨੂੰ ਭੱਤੇ ਵੀ ਮਿਲਦੇ, ਸਾਰਾ ਕੁਝ ਮਿਲਦਾ, ਔਰ ਬਾਅਦ 'ਚ ਵੀ ਉਹਨਾਂ ਨੂੰ ਪੈਨਸ਼ਨ ਮਿਲਦੀ ਹੈ। ਜੇ ਇਹ ਇੰਡੀਆ ਦੇ ਕਾਨੂੰਨ ਦੇ, ਭਾਰਤ ਦੇ ਕਾਨੂੰਨ ਦੇ ਮੁਤਾਬਕ ਖਾਲਿਸਤਾਨੀ ਹੋਣਾ ਜੁਰਮ ਆ, ਜੇ ਕਾਨੂੰਨੀ ਅਪਰਾਧ ਆ, ਜੇ ਖਾਲਿਸਤਾਨ ਦਾ ਨਾਮ ਲੈਣ ਦੇ ਨਾਲ ਕੋਈ ਖਾਲਿਸਤਾਨੀ ਬਣ ਜਾਂਦਾ, ਤੇ ਸਭ ਤੋਂ ਵੱਡਾ ਖਾਲਿਸਤਾਨੀ ਤੇ ਤੁਹਾਡਾ ਮੀਡੀਆ ਹੋ ਗਿਆ। ਤੁਹਾਡਾ ਭਾਰਤ ਦਾ ਮੀਡੀਆ ਜਿਹੜਾ ਹੋ ਗਿਆ ਸਾਰਾ, ਉਹ ਸਭ ਤੋਂ ਵੱਡੇ ਖਾਲਿਸਤਾਨੀ ਤਾਂ ਉਹ ਹੋਏ ਜਿਹੜੇ 24 ਘੰਟੇ ਹੀ ਖਾਲਿਸਤਾਨ 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 ਕਰਦੇ ਰਹਿੰਦੇ ਆ। ਹਜੇ ਆਮ ਸਿੱਖ ਤਾਂ ਜਿਹੜੇ ਹੈਗੇ ਆ ਉਹ ਘੱਟ ਕਹਿੰਦੇ ਹੋਣਗੇ, ਪਰ ਤੁਹਾਡਾ ਮੀਡੀਆ ਤਾਂ 24 ਘੰਟੇ ਖਾਲਿਸਤਾਨ ਖਾਲਿਸਤਾਨ ਕਰਦਾ ਰਹਿੰਦਾ। ਜੇ ਖਾਲਿਸਤਾਨ ਦੇ ਨਾਮ ਲੈਣ ਦੇ ਨਾਲ ਹੀ ਤੁਹਾਡੀ ਉਹ ਹੋ ਜਾਂਦਾ ਕਿ ਹਾਂ ਇਹ ਖਾਲਿਸਤਾਨ ਦਾ ਨਾਮ ਲੈਤਾ, ਇਹ ਖਾਲਿਸਤਾਨੀ ਆ, ਸੋ ਫਿਰ ਤਾਂ ਤੁਹਾਡਾ ਸਾਰਾ ਮੀਡੀਆ, ਤੁਹਾਡਾ ਸਾਰਾ ਸਿਸਟਮ ਜਿਹੜਾ ਹੈਗਾ 24 ਘੰਟੇ ਜਿਹੜੇ ਇਹੀ ਰੌਲਾ ਪਾਈ ਜਾਂਦੇ ਕਿ ਖਾਲਿਸਤਾਨ ਖਾਲਿਸਤਾਨ ਰੱਟੀ ਜਾਂਦੇ ਜਿਹੜੇ, ਤਾਂ ਫਿਰ ਤਾਂ ਉਹ ਵੀ ਖਾਲਿਸਤਾਨੀ ਹੋ ਗਏ। ਸੋ ਜਿਹੜੀ ਗੱਲ ਹੈਗੀ ਆ, ਇਸ ਸੰਘਰਸ਼ ਦੀ ਗੱਲ ਹੈਗੀ ਆ, ਇਹਦੇ ਵਿੱਚ ਸਾਰਿਆਂ ਦਾ ਜਾਣ ਦਾ ਜਿਹੜਾ ਹੱਕ ਵੀ ਹੈਗਾ, ਫਰਜ਼ ਵੀ ਹੈਗਾ। ਸਾਰਾ ਆਪਣਾ ਹੱਕ ਸਮਝ ਕੇ, ਫਰਜ਼ ਸਮਝ ਕੇ, ਠੀਕ ਆ ਤੁਹਾਡੇ ਜਿਹੜੇ ਸਟੇਜ ਦੀ ਕਾਰਵਾਈ ਆ, ਤੁਸੀਂ ਜਿਹੜੇ ਆਪਣੇ ਹਿਸਾਬ ਨਾਲ ਚਲਾਉਣੀ ਚਾਹੁੰਦੇ ਆ, ਜਿਹੜੇ ਤੁਹਾਡੇ ਸਟੇਜਾਂ ਲੱਗੀਆਂ ਹੋਈਆਂ ਹੈਗੀਆਂ, ਤੁਸੀਂ ਆਪਣੇ ਹਿਸਾਬ ਨਾਲ ਉੱਥੇ ਆਪਣਾ ਕੰਮ ਕਰਨਾ ਚਾਹੁੰਦੇ ਆ, ਠੀਕ ਆ, ਤੁਹਾਨੂੰ ਮੁਬਾਰਕ ਆ। ਤੁਸੀਂ ਜਿਸ ਤਰੀਕੇ ਨਾਲ ਆਪਣੀ ਸਟੇਜ ਦੀ ਕਾਰਵਾਈ ਚਲਾਉਣੀ ਚਾਹੁੰਦੇ ਆ, ਚਲਾਓ। ਹਾਂ, ਜੇ ਕੋਈ ਮੰਨ ਲਓ ਕਿ ਜਿੱਦਾਂ ਸਿੱਖਸ ਫॉर ਜਸਟਿਸ ਦਾ ਜਥੇਬੰਦੀ ਦਾ ਨਾਮ ਆਉਂਦਾ, ਕਿ ਉਹ ਸਿੱਖਸ ਫॉर ਜਸਟਿਸ ਜਥੇਬੰਦੀ ਜਿਹੜੀ ਹੈਗੀ ਆ ਉਹ ਬੈਨ ਆ, ਆਪਣੇ ਪੰਜਾਬ ਦੇ ਵਿੱਚ ਬੈਨ ਆ, ਜਾਂ ਇੰਡੀਆ ਸਰਕਾਰ ਨੇ ਉਹਨੂੰ ਬੈਨ ਕੀਤਾ ਹੋਇਆ। ਉਹ ਵੱਖਰੀ ਗੱਲ ਆ ਕਿ ਬੈਨ ਸਹੀ ਕੀਤਾ ਜਾਂ ਗਲਤ ਕੀਤਾ, ਪਰ ਚਲੋ ਮੰਨ ਲਓ ਵੀ ਉਹਨੂੰ ਬੈਨ ਕੀਤਾ ਹੋਇਆ ਇੰਡੀਆ ਗੌਰਮੈਂਟ। ਜੇ ਕੋਈ ਉਸ ਦਾ ਕੋਈ ਬੈਨਰ ਲੈ ਕੇ ਜਿੱਤੇ ਸਿੱਖਸ ਫॉर ਜਸਟਿਸ ਲਿਖਿਆ ਹੋਵੇ, ਜਾਂ ਕੋਈ ਇਦਾਂ ਦੀ ਕੋਈ ਗੱਲ ਲਿਖੀ ਹੋਵੇ, ਕੋਈ ਉਹ ਲੈ ਕੇ ਉਸ ਸੰਘਰਸ਼ ਦੇ ਵਿੱਚ ਜਾਂਦਾ, ਉਹਨੂੰ ਤੁਸੀਂ ਜਾ ਕੇ ਕਹਿ ਸਕਦੇ ਵੀ ਹਾਂ ਭਾਈ ਵੀ ਇਹ ਜਥੇਬੰਦੀ ਬੈਨ ਆ, ਵੀ ਤੁਸੀਂ ਇਹਦਾ ਬੈਨਰ ਜਾਂ ਇਹਦਾ ਪੋਸਟਰ ਜਾਂ ਇਹ ਚੀਜ਼ ਲੈ ਕੇ ਤੁਸੀਂ ਇੱਥੇ ਨਾ ਆਓ, ਵੀ ਇਹ ਸਰਕਾਰ ਵੱਲੋਂ ਬੈਨ ਕੀਤੀ ਹੋਈ ਹੈ। ਜਿਹੜੀ ਚੀਜ਼ ਸਰਕਾਰ ਵੱਲੋਂ ਬੈਨ ਨਹੀਂ, ਜਿਹੜੀ ਚੀਜ਼ ਦੇ ਨਾਮ ਤੇ ਉੱਥੇ ਇਲੈਕਸ਼ਨ ਲੜੇ ਜਾਂਦੇ ਆ, ਜਿਹੜੀ ਚੀਜ਼ ਨੂੰ ਉੱਥੋਂ ਦੇ ਕੋਰਟ ਨੇ ਪਰਮਿਸ਼ਨ ਦਿੱਤੀ ਹੋਈ ਹੈ ਕਿ ਤੁਸੀਂ ਕਾਨੂੰਨੀ ਤੌਰ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਇਸ ਦੀ ਗੱਲ ਕਰ ਸਕਦੇ ਆ, ਉਸ ਤੇ ਇਤਰਾਜ਼, ਉਸ ਚੀਜ਼ ਤੇ ਇਤਰਾਜ਼ ਕਿਉਂ ਹੋ ਰਿਹਾ? ਉਸ ਚੀਜ਼ ਤੇ ਇਤਰਾਜ਼, ਇਹ ਜਿਹੜਾ ਤਰਕ ਜਿਹੜਾ ਹੈਗਾ, ਇਹ ਜਿਹੜਾ ਗੱਲ ਜਿਹੜੀ ਹੈਗੀ ਆ, ਇਹ ਉਸ ਭਾਰਤ ਦੇ ਮੀਡੀਆ ਤੋਂ ਜਾਂ ਉਹਨਾਂ ਲੀਡਰਾਂ ਤੋਂ ਇਹ ਗੱਲ ਕਿਉਂ ਨਹੀਂ ਪੁੱਛੀ ਜਾਂਦੀ? ਜਦੋਂ ਕਿਸਾਨੀ ਲੀਡਰ ਇਹ ਕਹਿੰਦੇ ਆ ਕਿ ਭਾਰਤ ਦਾ ਮੀਡੀਆ ਇਹ ਕਹਿ ਰਿਹਾ, ਜਾਂ ਜਿਹੜੇ ਲੀਡਰ ਹੈਗੇ ਆ ਇਹ ਕਹਿ ਰਿਹਾ, ਜਾਂ ਜਿਹੜਾ ਸੁਪਰੀਮ ਕੋਰਟ ਆ ਇਹ ਕਹਿ ਰਿਹਾ ਕਿ ਸੁਪਰੀਮ ਕੋਰਟ 'ਚ ਜਦੋਂ ਗੱਲ ਚੱਲੀ ਕਿ ਉੱਥੇ ਖਾਲਿਸਤਾਨੀ ਆਏ ਹੋਏ ਆ, ਜਾਂ ਉੱਥੇ ਸੰਘਰਸ਼ ਦੇ ਵਿੱਚ, ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੇ ਖਾਲਿਸਤਾਨੀ ਆਏ ਹੋਏ ਆ, ਉਦੋਂ ਸੁਪਰੀਮ ਕੋਰਟ ਨੂੰ ਕਿਉਂ ਨਹੀਂ ਪੁੱਛਿਆ ਜਾਂਦਾ ਕਿ ਇਹ ਤੁਹਾਡਾ ਹੀ ਸੁਪਰੀਮ ਕੋਰਟ ਸੀਗਾ, ਤੁਹਾਡਾ ਹੀ ਕੋਰਟ ਸੀਗਾ ਜਿਹਨੇ ਇਸ ਗੱਲ ਦੀ ਪਰਮਿਸ਼ਨ ਦਿੱਤੀ ਸੀਗੀ ਕਿ ਸ਼ਾਂਤਮਈ ਤਰੀਕੇ ਨਾਲ ਜਿਹੜੀ ਖਾਲਿਸਤਾਨ ਦੀ ਗੱਲ ਕੀਤੀ ਜਾ ਸਕਦੀ ਹੈ। ਠੀਕ ਆ, ਆਪਾਂ ਇਸ ਗੱਲ ਨੂੰ ਮੰਨਦੇ ਹਾਂ ਕਿ ਜਿਹੜਾ ਇਹ ਸੰਘਰਸ਼ ਆ, ਕਿਸਾਨੀ ਸੰਘਰਸ਼ ਆ, ਇਹ ਉਹ ਕਿਸਾਨੀ ਦੇ ਨਾਮ 'ਤੇ ਸੰਘਰਸ਼ ਲੜਿਆ ਜਾ ਰਿਹਾ। ਕੌਣ ਲੀਡ ਕਰ ਰਿਹਾ, ਕਿਵੇਂ ਲੀਡ ਕਰ ਰਿਹਾ, ਉਹ ਇੱਕ ਡਿਫਰੈਂਟ ਵਿਸ਼ਾ ਹੈਗਾ ਉਹਦਾ ਡਿਸਕਸ ਕਰਨ ਦਾ, ਵੀ ਉਹਨੂੰ ਕੀ ਉਹ ਪਿਛੋਕੜ ਆ, ਜਾਂ ਕਿੱਥੇ ਗਲਤੀਆਂ ਹੋ ਰਹੀਆਂ ਜਾਂ ਕਿੱਥੇ ਨਹੀਂ ਹੋ ਰਿਹਾ। ਪਰ ਜੇ ਆਪਾਂ ਖਾਸ ਗੱਲ ਸਿਰਫ ਤੇ ਸਿਰਫ ਇੱਕ ਖਾਲਿਸਤਾਨ ਦੇ ਗੱਲ 'ਤੇ ਆਪਾਂ ਵਿਸ਼ੇ 'ਤੇ ਗੱਲ ਕਰਦੇ ਹਾਂ ਕਿ ਜਦੋਂ ਵੀ ਖਾਲਿਸਤਾਨ ਦਾ ਨਾਮ ਆਉਂਦਾ, ਬਹੁਤ ਸਾਰੇ ਕਿਸਾਨੀ ਲੀਡਰ ਜਿਹੜੇ ਹੈਗੇ ਆ ਇਹ ਵੀ ਕਹਿੰਦੇ ਸੁਣੇ ਆ ਕਿ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਜੇ ਤੁਹਾਨੂੰ ਲੱਗਦਾ ਕਿ ਇਸ ਸੰਘਰਸ਼ ਦੇ ਵਿੱਚ ਖਾਲਿਸਤਾਨੀ ਵੜ ਗਏ ਆ ਜਾਂ ਨਕਸਲਵਾੜੀ ਵੜ ਗਏ ਆ, ਹੈ ਨਾ, ਅਸੀਂ ਖਾਲਿਸਤਾਨ ਨੂੰ, ਸਰਕਾਰ ਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਉਹਨਾਂ ਨੂੰ ਅਰੈਸਟ ਕਰੋ, ਉਹਨਾਂ ਨੂੰ ਫੜ ਲਓ। ਬਹੁਤ ਸਾਰੇ ਕਿਸਾਨੀ ਲੀਡਰਾਂ ਤੋਂ ਜਾਂ ਕਿਸਾਨਾਂ ਦੀ ਜਿਹੜੀ ਉੱਥੋਂ ਦੀ ਸਟੇਜ ਆ ਜਿਹੜੀ, ਉਹਨਾਂ ਤੋਂ ਇਹ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ, ਜਾਂ ਮੀਡੀਆ ਇੰਟਰਵਿਊ ਦੌਰਾਨ ਇਹ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਵੀ ਉਹਨਾਂ ਨੂੰ ਖਾਲਿਸਤਾਨੀਆਂ ਨੂੰ ਫੜ ਲਓ। ਕਿਉਂ ਫੜ ਲਓ? ਕਿਹੜੀ ਗੱਲ ਤੋਂ ਫੜ ਲਓ? ਕੀ ਜੁਰਮ ਆ? ਇਹੀ ਵਾਰ-ਵਾਰ ਜਿਹੜਾ ਸਵਾਲ ਜਿਹੜਾ ਮੈਂ, ਜਿੱਦਾਂ ਇਸ ਪ੍ਰੋਗਰਾਮ ਦਾ ਟਾਈਟਲ ਵੀ ਆਪਣਾ ਇਹੀ ਹੈ ਕਿ ਖਾਲਿਸਤਾਨੀ ਹੋਣਾ ਕਾਨੂੰਨੀ ਜੁਰਮ ਆ ਵੀ ਉਹਨਾਂ ਨੂੰ ਫੜ ਲਓ? ਕੀ ਖਾਲਿਸਤਾਨੀ ਹੋਣਾ ਕਾਨੂੰਨੀ ਅਪਰਾਧ ਆ ਵੀ ਜਿਹੜਾ ਸਟੇਜਾਂ ਤੋਂ ਜਾਂ ਉੱਥੋਂ ਲੀਡਰ ਜਾਂ ਇੰਟਰਵਿਊ ਦੌਰਾਨ ਇਹ ਗੱਲਾਂ ਕਹੀਆਂ ਜਾਂਦੀਆਂ ਵੀ ਹਾਂ ਜੇ ਇਸ ਸੰਘਰਸ਼ ਦੇ ਵਿੱਚ ਖਾਲਿਸਤਾਨੀ ਵੜਿਆ ਤਾਂ ਉਹਨਾਂ ਨੂੰ ਫੜ ਲਓ? ਔਰ ਦੂਸਰੀ ਗੱਲ,
ਜਿਹੜੇ ਸਾਰੇ ਕਿਸਾਨ ਲੀਡਰ ਵੀ ਇਸ ਗੱਲ ਨੂੰ ਮੰਨਦੇ ਆ। ਰਾਜੇਵਾਲ ਸਾਹਿਬ ਦਾ ਵੀ ਜਿਹੜੇ ਬਿਆਨ ਹੁੰਦੇ ਅਕਸਰ ਉਹ ਵਿਦੇਸ਼ਾਂ ਤੋਂ ਜਿਹੜੀ ਸਪੋਰਟ ਮਿਲ ਰਹੀ ਆ, ਉਹ ਸਪੋਰਟ ਦੀ ਬੜੀ ਮਾਣ ਦੇ ਨਾਲ ਉਹ ਗੱਲ ਕਰਦੇ ਆ ਕਿ ਇਹ ਜਿਹੜਾ ਸੰਘਰਸ਼ ਜਿਹੜਾ ਹੈਗਾ ਇੰਟਰਨੈਸ਼ਨਲ ਲੈਵਲ 'ਤੇ ਜਿਹੜਾ ਇਹ ਸੰਘਰਸ਼ ਪਹੁੰਚ ਚੁੱਕਿਆ। ਦੁਨੀਆ ਸਾਨੂੰ ਦੇਖਦੀ ਆ, ਬੜੇ ਮਾਣ ਨਾਲੇ ਵਾਰ-ਵਾਰ ਇਹ ਗੱਲ ਕਰਦੇ ਆ ਕਿ ਇੰਗਲੈਂਡ ਦੀ ਵੀ ਗੱਲ ਕੀਤੀ ਕਿ ਉੱਥੋਂ ਦੇ 100 MP ਜਿਹੜੇ ਕਿਸਾਨ ਸੰਘਰਸ਼ ਦੇ ਵਿੱਚ ਹੱਕ ਦੇ ਵਿੱਚ ਖੜ ਗਏ। ਕੈਨੇਡਾ ਦਾ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ ਦਾ ਜਦੋਂ ਬਿਆਨ ਆਇਆ ਬੜੇ ਖੁਸ਼ ਹੋਏ ਸਾਰੇ ਵੀ ਕੈਨੇਡਾ ਦਾ ਪ੍ਰਧਾਨ ਮੰਤਰੀ ਜਿਹੜਾ ਕਿਸਾਨਾਂ ਦੇ ਹੱਕ 'ਚ ਬੋਲਿਆ, ਜਸਟਿਨ ਟਰੂਡੋ ਕਿਸਾਨਾਂ ਦੇ ਹੱਕ 'ਚ ਬੋਲਿਆ। ਜਾਂ ਹੋਰ ਜਿਹੜੇ ਬਾਹਰ ਜਿਹੜੇ ਪ੍ਰੋਟੈਸਟ ਹੋਏ ਆ ਜਿਹਦੇ ਨਾਲ ਇੰਟਰਨੈਸ਼ਨਲ ਲੈਵਲ 'ਤੇ ਇਹ ਸੰਘਰਸ਼ ਦੀ ਜਿਹੜੀ ਆਵਾਜ਼ ਉੱਠੀ ਹੈ, ਇੰਟਰਨੈਸ਼ਨਲ ਮੀਡੀਆ ਨੇ ਜਿਹੜਾ ਕਵਰ ਕੀਤਾ, ਬੜੇ ਮਾਣ ਨਾਲ ਉਹ ਗੱਲਾਂ ਦੱਸਦੇ ਆ। ਔਰ ਦੂਸਰੇ ਬੰਨੇ ਖਾਲਿਸਤਾਨੀਆਂ ਦੇ ਨਾਂ ਤੋਂ ਇੰਨਾ ਉਹ ਭੱਜਦੇ ਆ। ਮੈਂ ਆਪਣੇ ਜਿਹੜੇ ਲੀਡਰ ਜਿਹੜੇ ਹੈਗੇ ਆ, ਕਿਸਾਨੀ ਲੀਡਰ ਜਿਹੜੇ ਹੈਗੇ ਆ, ਮੈਂ ਉਹਨਾਂ ਨੂੰ ਵੀ ਇਹ ਗੱਲ ਜਿਹੜੀ ਹੈਗੀ ਆ ਪੁੱਛਣੀ ਚਾਹੁੰਦਾ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕੀ ਸੰਘਰਸ਼ ਕਰਦੇ ਆ, ਜਿਹੜੇ ਵਿਦੇਸ਼ਾਂ ਦੇ ਵਿੱਚ ਪ੍ਰੋਟੈਸਟ ਹੋਏ ਆ, ਇਹਨਾਂ ਦੇ ਵਿੱਚ ਜੇ ਬਾਹਲੇ ਨਹੀਂ ਤਾਂ ਆਪਾਂ ਜੇ ਮੰਨੀਏ ਤਾਂ 70-80% ਲੋਕ ਉਹ ਆ ਜਿਹੜੇ ਖਾਲਿਸਤਾਨੀ ਆਪਣੇ ਆਪ ਨੂੰ ਕਹਾਉਂਦੇ ਆ ਔਰ ਖਾਲਿਸਤਾਨੀ ਸੋਚ ਰੱਖਦੇ ਆ। ਠੀਕ ਆ, ਬਹੁਤ ਸਾਰਿਆਂ ਨੇ ਤੁਹਾਡੇ ਕਹਿਣ 'ਤੇ ਤੁਹਾਡੀ ਗੱਲ ਮੰਨ ਕੇ ਇਹਨਾਂ ਸੰਘਰਸ਼ਾਂ ਦੇ ਵਿੱਚ ਜਦੋਂ ਪ੍ਰੋਟੈਸਟ ਹੋਏ ਆ ਉਹ ਖਾਲਿਸਤਾਨੀ ਝੰਡੇ ਨਹੀਂ ਚੱਕੇ, ਉਹ ਕਿਸਾਨੀ ਝੰਡੇ ਚੱਕ ਕੇ ਜਿਹੜੇ ਉੱਥੇ ਸੰਘਰਸ਼ਾਂ ਦੇ ਵਿੱਚ ਗਏ ਆ। ਠੀਕ ਆ, ਉਹਨਾਂ ਨੇ ਤੁਹਾਡਾ ਜਿਹੜਾ ਇਸ ਗੱਲ ਨੂੰ ਮੰਨ ਕੇ ਜਿਹੜਾ ਤੁਹਾਡਾ ਉਹਨਾਂ ਨੇ ਸਹਿਯੋਗ ਕੀਤਾ ਕਿ ਵੀ ਅਸੀਂ ਖਾਲਿਸਤਾਨੀ ਝੰਡੇ ਨਹੀਂ ਕਿਸਾਨੀ ਸੰਘਰਸ਼ ਦੇ ਵਿੱਚ ਉੱਥੇ ਜਾਂਦੇ ਹਾਂ। ਪਰ 70-80% ਲੋਕੀ ਜਿਹੜੇ ਹੈਗੇ ਆ ਉਹ ਖਾਲਿਸਤਾਨੀ ਸੋਚ ਵਾਲੇ ਆ, ਖਾਲਿਸਤਾਨੀ ਸੰਘਰਸ਼ ਵਾਲੇ ਆ, ਜਿਨ੍ਹਾਂ ਨੇ ਤੁਹਾਡੀ ਆਵਾਜ਼ ਜਿਹੜੀ ਇੰਟਰਨੈਸ਼ਨਲ ਲੈਵਲ 'ਤੇ ਚੱਕੀ ਆ। ਜੇ ਹੁਣ ਬਾਹਰੋਂ ਲੀਡਰਸ਼ਿਪ ਦੀ ਗੱਲ ਕਰ ਲਈਏ, ਜੇ ਜਸਟਿਨ ਟਰੂਡੋ ਦੀ ਗੱਲ ਕਰ ਲਈਏ ਕਿ ਜਸਟਿਨ ਟਰੂਡੋ ਦਾ ਬਿਆਨ ਆਇਆ ਕਿਸਾਨੀ ਦੇ ਹੱਕ 'ਚ ਆਇਆ, ਅਤੇ ਬੜੇ ਮਾਣ ਦੇ ਨਾਲ ਕਿਸਾਨ ਲੀਡਰ ਇਸ ਚੀਜ਼ ਨੂੰ ਗੱਲ ਨੂੰ ਦੱਸਦੇ ਆ। ਔਰ ਮੈਂ ਉਹਨਾਂ ਕਿਸਾਨ ਲੀਡਰਾਂ ਨੂੰ ਇਹ ਗੱਲ ਯਾਦ ਦਿਵਾਉਣੀ ਚਾਹੁੰਦਾ ਕਿ ਇਹ ਉਹੀ ਜਸਟਿਨ ਟਰੂਡੋ ਆ, ਉਹੀ ਉਹਦੀ ਕੈਬਨਿਟ ਆ ਜਿਨ੍ਹਾਂ ਨੂੰ ਤੁਹਾਡਾ ਇਹੀ ਸਿਸਟਮ ਭਾਰਤ ਦਾ ਮੀਡੀਆ ਜਿਹੜੇ ਕਹਿਣ 'ਤੇ ਤੁਸੀਂ ਕਹਿੰਦੇ ਆ ਕਿ ਭਾਰਤ ਤੇ ਮੀਡੀਆ ਨੇ ਇਹ ਸਾਨੂੰ ਕਹਿਤਾ ਕਿ ਇੱਥੇ ਖਾਲਿਸਤਾਨੀ ਆਏ ਆ ਤਾਂ ਸਾਡੇ 'ਤੇ ਬੜਾ ਵੱਡਾ ਧੱਬਾ ਲੱਗ ਗਿਆ। ਇਹੀ ਭਾਰਤ ਦਾ ਮੀਡੀਆ, ਇਹੀ ਜਸਟਿਨ ਟਰੂਡੋ ਨੂੰ ਤੁਹਾਡਾ ਸਾਰਾ ਸਿਸਟਮ ਇੱਥੋਂ ਦਾ ਜਿਹੜਾ ਹੈਗਾ ਉਹਨਾਂ ਨੂੰ ਖਾਲਿਸਤਾਨੀ ਦੱਸਦਾ ਰਿਹਾ ਔਰ ਹੁਣ ਤੱਕ ਵੀ ਦੱਸਦਾ ਕਿ ਜਸਟਿਨ ਟਰੂਡੋ ਖਾਲਿਸਤਾਨੀ ਹਮਾਇਤੀ ਆ, ਜਸਟਿਨ ਦੀ ਸਾਰੀ ਕੈਬਨਿਟ ਖਾਲਿਸਤਾਨੀ ਆ, ਕੈਨੇਡਾ ਦੇ ਸਾਰੇ ਜਿਹੜੇ ਹੈਗੇ ਆ ਉਹ ਲੋਕ ਸਾਰੇ ਖਾਲਿਸਤਾਨੀ ਆ। ਤੁਹਾਡਾ ਹੀ ਮੀਡੀਆ ਜਿਹੜਾ ਇਹੀ ਮੀਡੀਆ ਗੋਦੀ ਮੀਡੀਆ ਜਿਹੜਾ ਹੈਗਾ ਇਹ ਪ੍ਰਚਾਰ ਕਰਦਾ ਰਿਹਾ। ਜਦੋਂ ਤਾਂ ਉਸ ਜਸਟਿਨ ਟਰੂਡੋ ਕਿਸਾਨੀ ਦੇ ਹੱਕ 'ਚ ਬਿਆਨ ਦਿੱਤਾ, ਕਿਸਾਨੀ ਦੇ ਹੱਕ 'ਚ ਖੜਿਆ, ਅਤੇ ਬੜੇ ਮਾਣ ਦੇ ਨਾਲ ਇਹ ਗੱਲ ਦੱਸੀ ਜਾਂਦੀ ਹੈ ਵੀ ਹਾਂ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਿਹੜਾ ਕਿਸਾਨੀ ਦੇ ਹੱਕ 'ਚ ਬੋਲਿਆ। ਪਰ ਜਿਹੜੇ ਉੱਥੋਂ ਉਹਨੂੰ ਸਪੋਰਟ ਕਰਨ ਵਾਲੇ ਆ, ਕੈਬਨਿਟ ਉੱਥੇ ਖੜ੍ਹਨ ਵਾਲੇ ਆ ਜਿਹੜੇ ਲੋਕੀ ਜਿਹੜੇ ਹੈਗੇ ਆ, ਜਿਨ੍ਹਾਂ ਦੇ ਪ੍ਰੈਸ਼ਰ ਦਾ ਕਰਕੇ, ਜਿਨ੍ਹਾਂ ਦੀ ਸਪੋਰਟ ਦਾ ਕਰਕੇ ਜਸਟਿਨ ਟਰੂਡੋ ਨੇ ਬਿਆਨ ਦਿੱਤੇ ਆ, ਉਹ ਜੇ ਤਾਂ ਆਪਾਂ ਵੈਸਾ ਦੇਖੀਏ ਕਿ ਚਲੋ 70-80%, ਪਰ ਜੇ ਤੁਹਾਡੇ ਮੀਡੀਆ 'ਤੇ ਜਿਹੜੇ ਤੁਹਾਡੇ ਸਿਸਟਮ 'ਤੇ ਵਿਸ਼ਵਾਸ ਕਰਕੇ ਜਿੱਤੇ ਤੁਸੀਂ ਗੱਲ ਸੁਣ ਕੇ ਜਿਹੜਾ ਕਹਿੰਦੇ ਆ ਕਿ ਭਾਰਤ ਦੇ ਮੀਡੀਆ ਨੇ ਸਾਨੂੰ ਆਹ ਕਹਿਤਾ ਵੀ ਉੱਥੇ ਖਾਲਿਸਤਾਨੀ ਆ ਗਏ ਅਤੇ ਬੜੀ ਮਾੜੀ ਗੱਲ ਹੋ ਗਈ, ਅੱਜ ਸਾਨੂੰ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਕਿ ਉੱਥੇ ਖਾਲਿਸਤਾਨੀ ਆ ਗਏ ਸੰਘਰਸ਼ ਦੇ ਵਿੱਚ, ਅੱਜ ਸਾਨੂੰ ਫਲਾਣੇ BJP ਦੇ ਲੀਡਰ ਨੇ ਇਹ ਗੱਲ ਕਹਿਤੀ ਕਿ ਇਹ ਖਾਲਿਸਤਾਨੀ ਆ ਗਏ। ਜੇ ਤਾਂ ਉਹਨਾਂ ਦੇ ਅਕੋਰਡਿੰਗਲੀ ਮੰਨਣਾ ਤੁਸੀਂ, ਉਹਨਾਂ ਦੇ ਅਕੋਰਡਿੰਗਲੀ ਤਾਂ 100% ਜਿਹੜਾ ਬਾਹਰ ਸਿੱਖ ਬੈਠਾ ਜਿਹੜਾ ਹੱਕ ਸੱਚ ਇਨਸਾਫ ਦੀ ਗੱਲ ਕਰਦਾ, ਉਹਨਾਂ ਦੇ ਅਕੋਰਡਿੰਗਲੀ 100% ਸਾਰੇ ਖਾਲਿਸਤਾਨੀ ਹੈ। ਭਾਰਤ ਦੇ ਮੀਡੀਆ ਦੇ ਅਕੋਰਡਿੰਗਲੀ, ਭਾਰਤ ਦੇ ਸਿਸਟਮ ਦੇ ਅਕੋਰਡਿੰਗਲੀ ਉਹ 100% ਸਾਰੇ ਦੇ ਸਾਰੇ ਖਾਲਿਸਤਾਨੀ ਹੈ। ਅਤੇ ਅੱਜ ਉਹੀ ਸਿੱਖ ਜਿਹੜੇ ਬਾਹਰ ਬੈਠੇ ਜਿਹੜੇ ਹੈਗੇ ਆ ਕਿਸਾਨ ਸੰਘਰਸ਼ ਦੀ ਜਿਹੜੀ ਆਵਾਜ਼ ਚੱਕ ਰਹੇ ਆ, ਕੈਨੇਡਾ ਤੋਂ ਜੇ ਆਵਾਜ਼ ਚੁੱਕੀ ਆ। ਜੇ ਇੰਗਲੈਂਡ ਦੀ ਗੱਲ ਕਰਦੇ ਆ, ਇੰਗਲੈਂਡ ਦੇ ਵੀ ਬੜੇ ਮਾਣ ਦੇ ਨਾਲ ਗੱਲ ਕਹੀ ਜਾਂਦੀ ਹੈ ਕਿ ਵੀ 100 MP ਜਿਹੜੇ ਹੈਗੇ ਆ ਕਿਸਾਨ ਸੰਘਰਸ਼ ਦੇ ਹੱਕ ਵਿੱਚ ਖੜ੍ਹ ਗਏ ਉਹ, ਅਤੇ ਉਹ ਜਿਹੜਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਆ ਉੱਥੇ ਉਹਨੇ ਭਾਰਤ ਦੀ ਫੇਰੀ 'ਤੇ ਆਉਣ ਤੋਂ ਮਨ੍ਹਾ ਕਰਤਾ। ਪਰ ਜਿਹੜਾ ਉਹਨਾਂ ਨੂੰ ਉਹਦੇ ਹੱਕ 'ਚ ਖੜ੍ਹਨ ਵਾਸਤੇ ਜਿਹਨੇ ਸਾਰਾ ਇਹ ਸਾਰੀ ਮੁਹਿੰਮ ਵਿੱਢੀ, ਜਿਹੜਾ ਸਾਰਾ ਕੀਤਾ ਢੇਂਸੀ ਜਿਹੜਾ ਹੈਗਾ, ਉਹਨੂੰ ਵੀ ਜਿਹੜਾ ਤੁਹਾਡਾ ਭਾਰਤ ਦਾ ਮੀਡੀਆ ਜਿਹੜਾ ਹੈਗਾ, ਚਾਹੇ ਜਿਹੜਾ ਉੱਥੋਂ ਖਾਲਸਾ ਏਡ ਵਾਲੇ ਰਵੀ ਸਿੰਘ ਹੁਣੀ ਹੈਗੇ ਆ, ਜਿਨ੍ਹਾਂ ਦਾ ਇੱਕ ਬਹੁਤ ਵੱਡਾ ਉੱਥੇ ਨਾਮ ਆ ਇੰਗਲੈਂਡ ਦੇ ਵਿੱਚ,
ਜਿਨ੍ਹਾਂ ਨੂੰ ਹੁਣ ਪਿੱਛੇ ਜਿਹੜੀ ਉੱਥੋਂ ਦੀ ਗੌਰਮੈਂਟ ਨੇ ਜਿਹੜਾ ਸਪੈਸ਼ਲ ਅਵਾਰਡ ਵੀ ਦਿੱਤਾ, ਉਹਨਾਂ ਨੂੰ ਸਪੈਸ਼ਲ ਚਿੱਠੀ ਲਿਖ ਕੇ ਉਹਨਾਂ ਦਾ ਧੰਨਵਾਦ ਵੀ ਕੀਤਾ। ਇਹ ਉਹਨਾਂ ਦਾ ਪ੍ਰੈਸ਼ਰ, ਉਹਨਾਂ ਦਾ ਸਾਰੀ ਮੁਹਿੰਮ ਜਿਹੜੀ ਹੈਗੀ ਆ, ਉੱਥੇ ਜਿਹੜੇ ਉਹਨਾਂ ਦਾ ਕੰਮ ਕਰਦੇ ਆ, ਇਹ ਉਹਨਾਂ ਚੀਜ਼ਾਂ ਦਾ ਕਰਕੇ ਲੋਕੀ ਜਿਹੜੇ ਹੈਗੇ ਆ, ਉਹ ਜਿਹੜੇ ਉੱਥੋਂ ਦੇ MP ਆ, ਉੱਥੋਂ ਦੇ ਬਾਹਰਲੇ ਜਿਹੜੇ MLA MP ਜੋ ਵੀ ਉਹਨਾਂ ਦੇ ਇਲੈਕਟਡ ਨੁਮਾਇੰਦੇ ਆ ਜਿਹੜੇ, ਉਹ ਇਸ ਸੰਘਰਸ਼ ਦੇ ਹੱਕ ਵਿੱਚ ਖੜੇ ਆ। ਔਰ ਜਿਨ੍ਹਾਂ ਨੂੰ ਤੁਹਾਡਾ ਭਾਰਤ ਦਾ ਮੀਡੀਆ, ਤੁਹਾਡਾ ਭਾਰਤ ਦਾ ਸਿਸਟਮ ਪਿੱਟ ਪਿੱਟ ਕੇ ਖਾਲਿਸਤਾਨੀ ਦੱਸਦਾ। ਹਰ ਕੋਈ ਬੰਦਾ, ਚਾਹੇ ਉਹ ਇੰਗਲੈਂਡ ਕੈਨੇਡਾ ਤੋਂ ਜਗਮੀਤ ਸਿੰਘ ਹੋਣੀ ਹੋਣ, ਚਾਹੇ ਇੰਗਲੈਂਡ ਦੇ ਕੋਈ ਮੰਤਰੀ ਹੋਣ, ਸਿੱਖ ਮੰਤਰੀ ਹੋਣ, ਜਦੋਂ ਵੀ ਉਹ ਪੰਜਾਬ ਦੀ ਗੱਲ ਕਰਦੇ ਆ ਤੇ ਤੁਹਾਡਾ ਮੀਡੀਆ ਰੌਲਾ ਪਾ ਪਾ ਕੇ ਉਹਨਾਂ ਨੂੰ ਖਾਲਿਸਤਾਨੀ ਦੱਸਦਾ। ਸੋ ਇਹ ਉਹੀ ਖਾਲਿਸਤਾਨੀ ਹੈਗੇ, ਚਾਹੇ ਉਹ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਬਾਹਰ ਕਿੱਥੇ ਵੀ ਬੈਠੇ ਜਿੱਥੇ ਪ੍ਰੋਟੈਸਟ ਹੋ ਰਹੇ ਆ। ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਚਲੋ ਸਾਡੇ ਅਕੋਰਡਿੰਗਲੀ ਤੇ ਜੇ ਆਪਾਂ ਕਹਿ ਲਈਏ ਕਿ 70-80% ਮੰਨ ਲਓ, ਪਰ ਜੇ ਤੁਹਾਡੇ ਸਿਸਟਮ ਤੇ ਤੁਹਾਡੇ ਮੀਡੀਆ ਦੇ ਅਕੋਰਡਿੰਗਲੀ ਮੰਨਣਾ ਹੋਵੇ ਤੇ 100 ਦੇ 100% ਲੋਕੀ ਜਿਹੜੇ ਬਾਹਰ ਸਿੱਖ ਬੈਠੇ ਜਿਹੜੇ ਉਹ ਖਾਲਿਸਤਾਨੀ ਆ। ਔਰ ਉਹਨਾਂ ਖਾਲਿਸਤਾਨੀਆਂ ਦਾ ਕਰਕੇ ਜਿਹੜੀ ਆਵਾਜ਼ ਆ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਚੱਕੀ ਗਈ ਆ, ਉਹਨਾਂ ਖਾਲਿਸਤਾਨੀਆਂ ਦੇ ਕਰਕੇ ਜਿਹੜਾ ਕੈਨੇਡਾ ਦਾ ਜਿਹੜਾ ਪ੍ਰਧਾਨ ਮੰਤਰੀ ਬੋਲਦਾ, ਉਹਨਾਂ ਖਾਲਿਸਤਾਨੀਆਂ ਦੇ ਕਰਕੇ ਜਿਹੜਾ ਇੰਗਲੈਂਡ ਦੇ ਵਿੱਚ ਪ੍ਰੈਸ਼ਰ ਪਿਆ ਤੇ ਉਹਨਾਂ ਨੇ ਜਿਹੜਾ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਉੱਥੇ ਆਉਣ ਤੋਂ ਮਨਾ ਕਰਤਾ। ਸੋ ਇਹ ਜਿੰਨੇ ਵੀ ਲੋਕ ਜਿਹੜਾ ਪ੍ਰੋਟੈਸਟ ਕਰ ਰਹੇ, ਅੱਗੇ ਹੋਰ ਵੀ ਹੋਣੇ ਆ। ਸੋ ਜਦੋਂ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ, ਉਸ ਸੰਘਰਸ਼ ਦੀ ਗੱਲ ਕਰਦੇ ਹਾਂ, ਤੇ ਬਹੁਤ ਵਾਰੀ ਇਹ ਕਿਹਾ ਜਾਂਦਾ ਕਿ ਕਿਸੇ ਲੀਡਰ ਦੇ ਬਾਰੇ, ਕਿਸੇ ਦੇ ਬਾਰੇ ਕੋਈ ਵੀ ਤੁਸੀਂ ਆਪਾਂ ਨਾ ਬੋਲੋ, ਸੋਸ਼ਲ ਮੀਡੀਆ ਤੇ ਨਾ ਬੋਲੋ, ਫੇਸਬੁੱਕ ਤੇ ਨਾ ਬੋਲੋ। ਇਸ ਸਮੇਂ ਬਹੁਤ ਜਿਹੜੀ ਏਕਤਾ ਦੀ ਜ਼ਰੂਰ ਆ, ਇਕਜੁੱਟ ਹੋ ਕੇ ਸੰਘਰਸ਼ ਲੜਨ ਦੀ ਜ਼ਰੂਰਤ ਆ। ਚੰਗੀ ਗੱਲ ਆ, ਇਸ ਚੀਜ਼ ਨਾਲ ਆਪਾਂ ਵੀ ਸਹਿਮਤ ਹਾਂ, ਇਕਜੁੱਟ ਹੋ ਕੇ ਸੰਘਰਸ਼ ਲੜਨਾ ਚਾਹੀਦਾ। ਪਰ ਇਹ ਦੋਨਾਂ ਧਿਰਾਂ ਨੂੰ ਹੀ ਇਸ ਚੀਜ਼ ਦਾ ਧਿਆਨ ਰੱਖਣਾ ਪੈਣਾ। ਇਹ ਨਹੀਂ ਕਿ ਜਿਹੜੇ ਕਿਸਾਨੀ ਲੀਡਰ ਜਿਹੜੇ ਹੈਗੇ ਆ ਉਹ ਖਾਲਿਸਤਾਨੀ ਸੰਘਰਸ਼ ਕਰਨ ਵਾਲਿਆਂ ਦੇ ਬਾਰੇ, ਔਰ ਜਿਹੜੇ ਉਹਨਾਂ ਦੇ ਲਈ ਜਿਹੜੇ ਸੰਘਰਸ਼ ਦੇ ਲਈ ਜਿਹੜੇ ਬਾਹਰੋਂ ਇੰਨੀ ਮਿਹਨਤ ਕਰ ਰਹੇ ਆ, ਇਕਜੁੱਟ ਹੋ ਕੇ ਜਿਹੜਾ ਉਹ ਸਰਕਾਰਾਂ 'ਤੇ ਦਬਾਅ ਵੀ ਬਣਾ ਰਹੇ ਆ, ਬਾਹਰ ਪ੍ਰੋਟੈਸਟ ਕਰ ਰਹੇ ਆ, ਉਹਨਾਂ ਨੂੰ ਉੱਥੋਂ ਦੇ ਲੀਡਰ ਬੈਠੇ ਇਹ ਕਹਿਣ ਕਿ ਤੁਹਾਡਾ ਖਾਲਿਸਤਾਨ ਤੁਸੀਂ ਅਮਰੀਕਾ, ਕੈਨੇਡਾ ਜਾਂ ਇੱਥੇ ਬਾਹਰ ਬਣਾ ਲਓ ਕਿਤੇ, ਇਹਨੂੰ ਕਿਸਾਨੀ ਸੰਘਰਸ਼ ਰਹਿਣ ਦਿਓ। ਜਿੱਦਣ ਬਾਹਰੋਂ ਇਹ ਖਾਲਿਸਤਾਨੀ ਸੰਘਰਸ਼ ਕਰਨ ਵਾਸਤੇ ਜਾਂਦੇ ਆ, ਜਦੋਂ ਇਹ ਬਾਹਰਲੇ ਖਾਲਿਸਤਾਨੀ ਇੱਥੇ ਸਰਕਾਰਾਂ ਦੇ ਪ੍ਰੈਸ਼ਰ ਪਵਾ ਕੇ ਤੁਹਾਡੇ ਹੱਕ 'ਚ ਬਿਆਨ ਦਿੰਦੇ ਆ, ਜਦੋਂ ਇੱਥੇ ਜਿਹੜੀਆਂ ਬਾਹਰ ਜਿਹੜੀਆਂ ਮੁਹਿੰਮਾਂ ਚੱਲਦੀਆਂ, ਉਦੋਂ ਤੁਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ ਕਿ ਨਹੀਂ ਤੁਸੀਂ ਤਾਂ ਖਾਲਿਸਤਾਨੀ ਹੋ, ਤੁਸੀਂ ਆਪਣੇ ਲੀਡਰਾਂ ਨੂੰ ਸਾਡੇ ਲਈ ਕੋਈ ਪ੍ਰੈਸ਼ਰ ਨਾ ਪਾਓ, ਸਾਡਾ ਤਾਂ ਕਿਸਾਨੀ ਸੰਘਰਸ਼ ਆ, ਤੁਸੀਂ ਤਾਂ ਖਾਲਿਸਤਾਨੀ ਹੋ, ਤੁਸੀਂ ਇਸ ਸੰਘਰਸ਼ ਦੇ ਵਿੱਚ ਸ਼ਾਮਲ ਨਾ ਹੋਵੋ। ਉਦੋਂ ਬੜੇ ਮਾਣ ਦੇ ਨਾਲ ਇਹ ਗੱਲਾਂ ਸਟੇਜਾਂ ਤੋਂ ਵੀ ਕਹੀਆਂ ਜਾਂਦੀਆਂ ਕਿ ਵਿਦੇਸ਼ਾਂ ਦੇ ਵਿੱਚ ਇੰਨੇ ਪ੍ਰੋਟੈਸਟ ਹੋ ਗਏ, ਇੰਨੀ ਜਗ੍ਹਾ 'ਤੇ ਇੰਟਰਨੈਸ਼ਨਲ ਲੈਵਲ 'ਤੇ ਆਵਾਜ਼ ਚੱਕੀ ਗਈ, ਇਹ ਸੰਘਰਸ਼ ਆ ਹੁਣ ਇੰਟਰਨੈਸ਼ਨਲ ਸੰਘਰਸ਼ ਬਣ ਗਿਆ, ਇਹ ਪੰਜਾਬ ਦਾ ਸੰਘਰਸ਼ ਨਹੀਂ ਰਿਹਾ। ਉਦੋਂ ਬੜੇ ਮਾਣ ਦੇ ਨਾਲ ਇਹ ਗੱਲਾਂ ਕੀਤੀਆਂ ਜਾਂਦੀਆਂ। ਪਰ ਜੇ ਤੁਸੀਂ ਤਰਕ ਦੇ ਨਾਲ, ਆਪਣੇ ਗਿਆਨ ਦੇ ਨਾਲ ਹੋਰ ਸਾਰੀਆਂ ਗੱਲਾਂ ਦਾ ਉਹਨਾਂ ਨੂੰ, ਉਸ ਸਿਸਟਮ ਨੂੰ, ਉਸ ਨੂੰ ਤੁਸੀਂ ਜਵਾਬ ਦਿੰਦੇ ਹੋ, ਉਹਨਾਂ ਨੂੰ ਇਹ ਤਾਂ ਪੁੱਛਿਆ ਕਰੋ ਕਿ ਖਾਲਿਸਤਾਨ ਦੀ ਗੱਲ ਕਰਨਾ ਕਿ ਕਾਨੂੰਨੀ ਅਪਰਾਧ ਆ? ਕੀ ਖਾਲਿਸਤਾਨੀ ਹੋਣਾ ਕਾਨੂੰਨੀ ਅਪਰਾਧ ਆ? ਕੀ ਖਾਲਿਸਤਾਨੀ ਹੋਣਾ ਕਾਨੂੰਨੀ ਜੁਰਮ ਆ? ਹਾਂ, ਜੇ ਖਾਲਿਸਤਾਨੀ ਹੋਣਾ ਕਾਨੂੰਨੀ ਜੁਰਮ ਆ, ਜੇ ਖਾਲਿਸਤਾਨੀ ਹੋਣਾ ਕਾਨੂੰਨੀ ਅਪਰਾਧ ਆ, ਤੇ ਤੁਹਾਡੇ ਸੁਪਰੀਮ ਕੋਰਟ ਨੇ ਇਹ ਫੈਸਲਾ ਕਿਉਂ ਦਿੱਤਾ ਵੀ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕੀਤੀ ਜਾ ਸਕਦੀ ਆ, ਡੈਮੋਕ੍ਰੈਟਿਕ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕੀਤੀ ਜਾ ਸਕਦੀ ਆ? ਧਰਮਵੀਰ ਗਾਂਧੀ ਨੇ ਪਿੱਛੇ ਜੇ ਬਿਆਨ ਦਿੱਤਾ ਸੀ, ਉਹ ਵੀ ਤੁਹਾਨੂੰ ਯਾਦ ਹੋਣਾ, ਕਿ ਉਹਨੇ ਕਿਹਾ ਸੀ ਖਾਲਿਸਤਾਨ ਦੇ ਨਾਮ ਤੇ ਬਹਿਸ ਹੋਣੀ ਚਾਹੀਦੀ ਹੈ, ਖਾਲਿਸਤਾਨ ਦੇ ਮੁੱਦੇ ਤੇ ਬਹਿਸ ਹੋਣੀ ਚਾਹੀਦੀ ਹੈ। ਜੇ ਖਾਲਿਸਤਾਨੀ ਹੋਣਾ ਕਾਨੂੰਨੀ ਅਪਰਾਧ ਆ, ਜੇ ਖਾਲਿਸਤਾਨੀ ਹੋਣਾ ਕਾਨੂੰਨੀ ਜੁਰਮ ਆ, ਫਿਰ ਉਹਨਾਂ ਅਪਰਾਧੀਆਂ ਨੂੰ ਤੁਹਾਡਾ ਸਿਸਟਮ ਪੈਨਸ਼ਨਾਂ ਕਿਉਂ ਦਿੰਦਾ? ਇਹ ਸਵਾਲ ਆ, ਭਾਰਤ ਦੇ ਸਿਸਟਮ ਦੇ ਲਈ ਸਵਾਲ ਆ, ਭਾਰਤ ਦੇ ਮੀਡੀਆ ਲਈ ਸਵਾਲ ਆ। ਔਰ ਜੇ ਕਿਸੇ ਖਾਲਿਸਤਾਨੀ ਦੇ ਉੱਥੇ ਬੈਠਣ ਦੇ ਨਾਲ ਤੁਹਾਨੂੰ ਸਾਰਾ ਸੰਘਰਸ਼ ਖਾਲਿਸਤਾਨੀ ਲੱਗਣ ਲੱਗ ਪੈਂਦਾ, ਤੇ ਜਦੋਂ ਉਹ ਖਾਲਿਸਤਾਨੀ ਤੁਹਾਡੇ TV ਤੇ ਆਣ ਕੇ ਬੈਠ ਕੇ ਗੱਲ ਕਰਦੇ ਆ, ਤੁਹਾਡੇ ਮੀਡੀਆ 'ਤੇ ਆਣ ਕੇ ਬੈਠ ਕੇ ਗੱਲ ਕਰਦੇ ਆ, ਕੀ ਉਹਦੇ ਨਾਲ ਮੰਨ ਲਿਆ ਜਾਵੇ ਕਿ ਤੁਹਾਡਾ ਮੀਡੀਆ ਜਿਹੜਾ ਸਾਰਾ ਉਹ ਖਾਲਿਸਤਾਨੀ ਹੋ ਗਿਆ? ਇਹ ਸਵਾਲ ਜਿਹੜੇ ਹੈਗੇ ਆ, ਜਦੋਂ ਕਿਸਾਨੀ ਲੀਡਰ ਜਿਹੜੇ ਹੈਗੇ ਆ, ਜਦੋਂ ਇਹ ਆਣ ਕੇ ਸਟੇਜਾਂ ਤੋਂ ਆਪਾਂ ਬੋਲ ਕੇ ਇਹ ਗੱਲਾਂ ਆਪਾਂ ਕਰਦੇ ਹਾਂ ਕਿ ਅੱਜ ਸਾਨੂੰ ਭਾਰਤ ਦੇ ਮੀਡੀਆ ਨੇ ਆਹ ਕਹਿਤਾ ਤੇ ਸਾਡੇ ਤੇ ਬੜਾ ਧੱਬਾ ਲੱਗ ਜਾਣਾ ਜੇ ਅਸੀਂ ਇਸ ਗੱਲ ਦਾ ਸਟੇਜ ਤੋਂ ਆਣ ਕੇ ਨਾ ਬੋਲਿਆ, ਇਸ ਚੀਜ਼ ਦੀ ਨਿਖੇਧੀ ਨਹੀਂ ਕੀਤੀ, ਤੇ ਸਾਨੂੰ ਪਤਾ ਨਹੀਂ ਕੀ ਸਰਕਾਰ ਨੇ ਸਾਨੂੰ ਸਜ਼ਾ ਲਾ ਦੇਣੀ ਹੈ।
ਕਿਉਂ ਨਹੀਂ ਉਸ ਸਮੇਂ ਉਹਨਾਂ ਨੂੰ ਜਿਹੜੇ ਲੀਡਰ ਜਿਹੜੇ ਹੈਗੇ ਆ ਉੱਥੋਂ ਦਾ ਮੀਡੀਆ ਜਿਹੜਾ ਹੈਗਾ ਉਹਨਾਂ ਨੂੰ ਇਹ ਗੱਲਾਂ ਪੁੱਛੀਆਂ ਜਾਂਦੀਆਂ ਵੀ ਕੀ ਖਾਲਿਸਤਾਨੀ ਹੋਣਾ ਜੁਰਮ ਹੈਗਾ, ਕੀ ਖਾਲਿਸਤਾਨੀ ਹੋਣਾ ਅਪਰਾਧ ਹੈਗਾ, ਜਾਂ ਸਿਰਫ ਖਾਲਿਸਤਾਨ ਦਾ ਨਾਮ ਲੈਣ ਦੇ ਨਾਲ ਹੀ ਜੇ ਤੁਹਾਨੂੰ ਇੰਨੀ ਤਕਲੀਫ ਹੁੰਦੀ ਹੈ ਤੇ ਤੁਹਾਡਾ ਮੀਡੀਆ ਤਾਂ 24 ਘੰਟੇ ਜਿਹੜਾ ਖਾਲਿਸਤਾਨ ਖਾਲਿਸਤਾਨ ਕਰਦਾ ਰਹਿੰਦਾ। ਸੋ ਸਾਰੇ ਹੀ ਇਸ ਗੱਲ ਨਾਲ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਵੀ ਜਿਹੜੇ ਹੈਗੇ ਆ ਸਾਰੇ ਹੀ ਹੈਗੇ ਆ ਇਸ ਚੀਜ਼ ਦੀ ਜਿਹੜੀ ਹਮਾਇਤ ਕਰਦੇ ਆ ਔਰ ਚਾਹੁੰਦੇ ਆ ਕਿ ਜਿਹੜਾ ਖਾਲਿਸਤਾਨ ਦਾ ਜਿਹੜਾ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਹੈ ਪੀਸਫੁਲੀ ਚੱਲਣਾ ਚਾਹੀਦਾ, ਜਾਂ ਵੱਖੋ ਵੱਖ ਕਿਸੇ ਦੇ ਵਿਚਾਰ ਵੀ ਹੋ ਸਕਦੇ ਇਸ ਵਿਸ਼ੇ ਦੇ ਉੱਪਰ, ਜਾਂ ਜਿਹੜੇ ਤੁਸੀਂ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਤੁਸੀਂ ਸਟੇਜ ਦੀ ਕਾਰਵਾਈ ਜਿਹੜੀ ਕਰਨੀ ਆਪਣੇ ਤਰੀਕੇ ਨਾਲ ਤੁਸੀਂ ਸਟੇਜ ਦੀ ਕਾਰਵਾਈ ਚਲਾਉਂਦੇ ਹੋ, ਉਹ ਸੰਘਰਸ਼ ਨੂੰ ਚਲਾਉਂਦੇ ਹੋ, ਮੁਬਾਰਕਾਂ ਤੁਹਾਨੂੰ, ਤੁਸੀਂ ਆਪਣੇ ਹਿਸਾਬ ਨਾਲ ਚਲਾਓ। ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਉਹਨਾਂ ਸਟੇਜਾਂ ਤੋਂ ਉੱਥੇ ਮੀਡੀਆ ਦੇ ਵਿੱਚ ਇੰਟਰਵਿਊ ਦੌਰਾਨ ਜਾਂ ਤੁਸੀਂ ਉੱਥੋਂ ਦੇ ਲੋਕਾਂ 'ਚ ਤੁਸੀਂ ਜਾਂ ਉੱਥੋਂ ਦੇ ਸਿਸਟਮ ਨੂੰ ਤੁਸੀਂ ਇਹ ਸੁਨੇਹਾ ਦਿਓ ਕਿ ਜਿਹੜਾ ਖਾਲਿਸਤਾਨੀ ਇਸ ਸੰਘਰਸ਼ ਦੇ ਵਿੱਚ ਆ ਗਿਆ ਉਹਨੂੰ ਤੁਸੀਂ ਫੜ ਕੇ ਅਰੈਸਟ ਕਰ ਲਓ। ਕਿਉਂ ਅਰੈਸਟ ਕਰ ਲਓ ਬਈ? ਸਵਾਲ ਤਾਂ ਇਹੀ ਉੱਠਦਾ ਨਾ ਵੀ ਅਰੈਸਟ ਕਿਉਂ ਕਰ ਲਓ? ਉਹਨਾਂ ਨੇ ਕੀ ਕਾਨੂੰਨੀ ਅਪਰਾਧ ਕੀਤਾ ਵੀ ਉਹਨਾਂ ਨੂੰ ਫੜ ਕੇ ਅਰੈਸਟ ਕਰ ਲਓ? ਕੀ ਇਹ ਇਦਾਂ ਦੇ ਬਿਆਨ ਦੇਣ ਦੇ ਨਾਲ ਜਿਹੜੀ ਏਕਤਾ ਜਿਹੜੀ ਉਹ ਬਣੀ ਰਹਿ ਸਕਦੀ ਹੈ? ਕੀ ਇਹ ਬਿਆਨ ਦੇਣ ਦੇ ਨਾਲ ਜਿਹੜੀ ਕਿਸਾਨੀ ਸੰਘਰਸ਼ ਨੂੰ ਜਿਹੜੀ ਬਾਹਰੋਂ ਸਪੋਰਟ ਮਿਲਦੀ ਆ ਉਹ ਲਗਾਤਾਰ ਮਿਲਦੀ ਰਹਿ ਸਕਦੀ ਹੈ? ਕੀ ਬਾਹਰ ਦੇ ਸਿੱਖ ਆ ਜਿਹੜੇ ਇਹ ਸਾਰੀਆਂ ਗੱਲਾਂ ਸੁਣ ਕੇ ਅੱਖਾਂ ਮੀਚ ਕੇ ਚੁੱਪ ਕਰਕੇ ਵੀ ਇਹ ਸਾਰੀ ਸਪੋਰਟ ਕਰਦੇ ਰਹਿਣਗੇ ਜੇ ਵਾਰ-ਵਾਰ ਉੱਥੋਂ ਦੇ ਸਟੇਜਾਂ ਤੋਂ ਉੱਥੋਂ ਦੇ ਲੀਡਰਾਂ ਵੱਲੋਂ ਇਹ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ ਕਿ ਖਾਲਿਸਤਾਨੀ ਜੇ ਕੋਈ ਆਇਆ ਇੱਥੇ ਤਾਂ ਉਹਨੂੰ ਸਰਕਾਰ ਫੜ ਕੇ ਅੰਦਰ ਕਰ ਲਵੇ, ਉਹਨੂੰ ਜੇਲ੍ਹ 'ਚ ਕਰ ਲਵੇ, ਉਹਨੂੰ ਸਜ਼ਾ ਦੇ ਦੇਵੇ? ਸੋ ਸਾਰਿਆਂ ਦੇ ਲਈ ਇਹ ਵਿਚਾਰਨਯੋਗ ਜਿਹੜੀ ਗੱਲ ਹੈਗੀ ਆ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਕੋਈ ਵੀ ਜਿਹੜਾ ਹੈਗਾ ਹਰ ਕਿਸੇ ਬੰਦੇ ਨੂੰ ਆਪਣਾ ਜਿਹੜਾ ਸੋਚ ਰੱਖਣ ਦਾ ਹੱਕ ਹੈਗਾ ਉਹਨੂੰ, ਚਾਹੇ ਉਹ ਖਾਲਿਸਤਾਨੀ ਪੱਖੀ ਆ, ਚਾਹੇ ਉਹ ਖਾਲਿਸਤਾਨ ਵਿਰੋਧੀ ਆ, ਚਾਹੇ ਉਹ ਖਾਲਿਸਤਾਨ ਨਾਲ ਸਹਿਮਤ ਹੈਗਾ, ਚਾਹੇ ਉਹ ਨਹੀਂ ਸਹਿਮਤ ਹੈਗਾ, ਚਾਹੇ ਉਹ ਖਾਲਿਸਤਾਨ ਦੀ ਗੱਲ ਕਰਨੀ ਚਾਹੁੰਦਾ ਚਾਹੇ ਨਹੀਂ ਕਰਨੀ ਚਾਹੁੰਦਾ, ਇਹ ਹਰ ਕਿਸੇ ਦੀ ਆਜ਼ਾਦੀ ਆ ਔਰ ਇਹ ਆਜ਼ਾਦੀ ਹਰ ਥਾਂ ਤੇ ਆ। ਇਹ ਜ਼ਰੂਰੀ ਨਹੀਂ ਕਿ ਇਹ ਨਹੀਂ ਕਿ ਵਿਦੇਸ਼ਾਂ ਦੇ ਵਿੱਚ ਹੀ ਆਜ਼ਾਦੀ ਆ, ਭਾਰਤ ਦੇ ਵਿੱਚ ਵੀ ਇਹ ਆਜ਼ਾਦੀ ਹੈਗੀ ਆ। ਔਰ ਉਹ ਉੱਥੇ ਜਿਹੜੇ ਸਿੱਖ ਜਿਹੜੇ ਹੈਗੇ ਆ, ਕੋਈ ਵੀ ਹੈਗਾ ਜੇ ਕੋਈ ਡਿਫਰੈਂਟ ਵਿਚਾਰ ਹੈਗੇ ਉਹ ਆਪਣੇ ਡਿਫਰੈਂਟ ਵਿਚਾਰ ਰੱਖ ਸਕਦਾ, ਆਪਣੀ ਗੱਲ ਕਰ ਸਕਦਾ। ਇਹ ਨਹੀਂ ਕਿ ਜੇ ਠੀਕ ਆ ਤੁਹਾਡੀ ਸੋਚ ਨਹੀਂ ਹੈਗੀ, ਤੁਸੀਂ ਇਸ ਚੀਜ਼ ਦੇ ਨਾਲ ਨਹੀਂ ਗੱਲਬਾਤ ਕਰਨੀ ਚਾਹੁੰਦੇ, ਤੁਸੀਂ ਨਾ ਕਰੋ, ਪਰ ਤੁਸੀਂ ਕਿਸੇ ਦੂਸਰੇ ਤੇ ਪਾਬੰਦੀਆਂ ਵੀ ਨਾ ਲਾਓ ਨਾ ਕਿ ਉਹ ਗੱਲ ਨਹੀਂ ਕਰ ਸਕਦਾ, ਜਾਂ ਕੋਈ ਦੂਸਰਾ ਤੁਸੀਂ ਇਹ ਵੀ ਨਾ ਕਹੋ ਨਾ ਕਿ ਜੇ ਕੋਈ ਖਾਲਿਸਤਾਨੀ ਇੱਥੇ ਆ ਗਿਆ ਤਾਂ ਉਹਨੂੰ ਅਰੈਸਟ ਕਰ ਲਓ ਤੇ ਉਹਨੂੰ ਸਰਕਾਰ ਪੁਲਿਸ ਫੜ ਲਵੇ। ਉਹ ਫੜਦੀ ਕਿਉਂ ਨਹੀਂ? ਸੋ ਜੇ ਇਹ ਜਿਹੜੀ ਕਿਸਾਨੀ ਸੰਘਰਸ਼ ਦੀ ਜਿਹੜੀ ਹੈਗੀ ਆ ਜਿੱਤ ਕਰਾਉਣੀ ਆ, ਸਾਰੇ ਚਾਹੁੰਦੇ ਆ ਕਿ ਸੰਘਰਸ਼ ਦੀ ਜਿੱਤ ਹੋਵੇ, ਇਕਜੁੱਟ ਹੋ ਕੇ ਸਾਰਾ ਸੰਘਰਸ਼ ਅੱਗੇ ਚੱਲੇ। ਸੋ ਇਹਨਾਂ ਗੱਲਾਂ ਦਾ ਵੀ ਜਿਹੜਾ ਧਿਆਨ ਰੱਖਣਾ ਪੈਣਾ ਕਿ ਜਿਹੜੇ ਉੱਥੋਂ ਦੇ ਲੀਡਰ ਹੈਗੇ ਆ ਉਸ ਸਟੇਜ ਦੇ ਉੱਪਰੋਂ ਆਪਣੇ ਬਿਆਨਾਂ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਵੱਖੋ ਵੱਖ ਤਰੀਕਿਆਂ ਦੇ ਨਾਲ ਜਿਹੜੇ ਸਰਕਾਰ ਨੂੰ ਇਹ ਸੁਨੇਹੇ ਦੇਣ ਦੀ ਕੋਸ਼ਿਸ਼ ਨਾ ਕਰੇ ਕਿ ਜਿਹੜਾ ਖਾਲਿਸਤਾਨੀ ਆ ਉਹਨੂੰ ਤੁਸੀਂ ਫੜ ਕੇ ਅਰੈਸਟ ਕਰ ਲਓ। ਸੋ ਇੰਨੀਆਂ ਕੁ ਜਿਹੜੀਆਂ ਮੇਰੀਆਂ ਬੇਨਤੀਆਂ ਸੀਗੀਆਂ। ਜ਼ਰੂਰ ਇਹ ਵੀਡੀਓ ਜਿਹੜੀ ਸ਼ੇਅਰ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਾਰਿਆਂ ਤੱਕ ਜਿਹੜੀ ਵੀਡੀਓ ਪਹੁੰਚ ਸਕੇ। ਮੈਂ ਕੁਛ ਜਿਹੜੇ ਹੋਰ ਜਿਹੜੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਵੀ ਕਰਨੀਆਂ ਸੀ, ਥੋੜ੍ਹੀ ਜਿਹੀ ਸੌਫਟਵੇਅਰ ਦੇ ਵਿੱਚ ਪ੍ਰੋਬਲਮ ਕਰਕੇ ਮੈਂ ਤੁਹਾਡੀ ਜਿਹੜੀ ਉਹ ਨਾਲ ਸ਼ੇਅਰ ਨਹੀਂ ਕਰ ਸਕਿਆ, ਪਰ ਜ਼ਰੂਰ ਕੋਈ ਨਹੀਂ ਆਪਾਂ ਇਸ 'ਤੇ ਗੱਲਬਾਤ ਕਰਾਂਗੇ ਅਤੇ ਜ਼ਰੂਰ ਇਹ ਵੀਡੀਓ ਸ਼ੇਅਰ ਕਰਿਓ। ਧੰਨਵਾਦ ਜੀ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।